ਆਮ ਬਿਮਾਰੀਆਂ ਬਾਰੇ ਚਰਚਾ ਕਰਦੇ ਹਾਂ ਕਿ ਲੋਕਾਂ 'ਚ ਕੀ ਬਿਮਾਰੀਆਂ, ਕੀ ਉਹਦੇ ਇਲਾਜ ਨੇ, ਕਿ ਔਰਤਾਂ ਵਿੱਚ ਸਭ ਤੋਂ ਵੱਧ ਕਿਹੜੀ ਬਿਮਾਰੀ ਪਾਈ ਜਾਂਦੀ ਆ, ਕਿਉਂ ਹੁੰਦੀ ਆ, ਕਾਰਨ ਕੀ ਆ, ਕੀ ਉਹਦਾ ਇਲਾਜ ਆ। ਸਾਡੇ ਨਾਲ ਮੌਜੂਦ ਨੇ ਚਰਚਾ ਕਰਨ ਦੇ ਲਈ ਸੀਨੀਅਰ ਮੈਡੀਕਲ ਅਫਸਰ ਨਿਰਮਲ ਕੌਰ ਜੀ। ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਜਿਹਨੂੰ ਕਿ ਛੋਟੀ ਭਾਸ਼ਾ ਦੇ ਵਿੱਚ PCOS ਵੀ ਕਿਹਾ ਜਾਂਦਾ ਹੈ। ਲੇਡੀਜ਼ ਦੇ ਵਿੱਚ, ਕੁੜੀਆਂ ਦੇ ਵਿੱਚ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਸ ਦੇ ਨਾਲ ਫਿਰ ਜਿਹੜੇ ਸਾਡੇ ਇੱਕ ਮੇਲ ਹਾਰਮੋਨਸ ਹੁੰਦੇ ਜਿਨ੍ਹਾਂ ਨੂੰ ਅਸੀਂ ਟੈਸਟੋਸਟੀਰੋਨਸ ਵੀ ਕਹਿੰਦੇ, ਉਹ ਫੈਟ ਦੇ ਵਿੱਚੋਂ ਉਹ ਹਾਰਮੋਨਸ ਬਣਨੇ ਸ਼ੁਰੂ ਹੋ ਜਾਂਦੇ ਆ। ਬੱਚੇਦਾਨੀ ਦੇ ਵਿੱਚ ਕਈ ਬਹੁਤ ਸਾਰੀਆਂ ਪਾਣੀ ਵਾਲੀਆਂ ਥੈਲੀਆਂ, ਜਿਵੇਂ ਅਸੀਂ ਰਸੌਲੀਆਂ ਕਹਿੰਦੇ, ਉਹ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ। ਥਾਇਰਾਇਡ ਵਗੈਰਾ ਵਾਲੀ ਪ੍ਰੋਬਲਮ ਮੋਟਾਪਾ ਹੁੰਦਾ ਜਾਂ ਜਨਰਲ ਜਿਹੜਾ ਸੀ ਖਾਣ ਪੀਣ ਕਰਕੇ ਮੋਟਾਪਾ ਆ ਜਾਂਦਾ ਉਹਦੇ ਕਰਕੇ? ਚਾਹੇ ਥਾਇਰਾਇਡ ਕਰਕੇ ਵੀ ਆਉਂਦਾ, ਬਟ ਥਾਇਰਾਇਡ ਦੇ ਕਾਰਨ ਮੋਟਾਪੇ ਨੂੰ ਅਸੀਂ ਚੈੱਕ ਕਰਕੇ, ਟੈਸਟ ਕਰਕੇ ਉਸ ਨੂੰ ਠੀਕ ਕਰ ਸਕਦੇ ਹਾਂ। ਭਾਈ ਉਦੋਂ ਹੀ ਠੀਕ ਹੋਏਗਾ ਖਾਣਾ ਪੀਣਾ ਆਪਣਾ ਠੀਕ ਕਰਾਂਗੇ। ਬਾਹਰ ਦਾ ਜਿਹੜਾ ਖਾਣਾ ਸਾਨੂੰ ਪਤਾ ਹੈ ਵੀ ਕਿੱਦਾਂ ਤਲਿਆ ਜਾਂਦਾ, ਉਹਨੂੰ ਕਿੱਦਾਂ ਪ੍ਰੀਜ਼ਰਵ ਕਰਿਆ ਜਾਂਦਾ। ਘਰੋਂ ਜੋ ਵੀ ਹੈ ਬਣਾ ਕੇ ਆਪਣਾ ਖਾਣਾ ਖਾਈਏ। ਆਮ ਜਿਹੜੀ ਰੂਟੀਨ ਆ ਲੇਡੀਜ਼ ਦੀ, ਜੇ ਉਹ ਡਿਸਟਰਬ ਹੁੰਦੀ ਹੈ ਫਿਰ ਬੱਚਾ ਪੈਦਾ ਕਰਨ ਦੀ ਵੀ ਜਿਹੜੀ ਦਿੱਕਤ ਆਉਂਦੀ ਹੈ। ਹੁਣ ਬੱਚਿਆਂ ਦਾ ਨਾ ਹੋਣਾ ਅੱਜ ਕੱਲ੍ਹ ਦੀ ਸਾਡੀ ਜਨਰੇਸ਼ਨ 'ਚ ਬੜਾ ਕਾਮਨ ਹੋ ਰਿਹਾ। ਸੋ ਇਹ PCOS ਦਾ ਹੀ ਕਾਰਨ ਹੈ। ਜੇ ਅਸੀਂ ਇਸ ਬਿਮਾਰੀ ਤੋਂ ਬਚਣਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਤਾਂ ਆਪਣਾ ਖਾਣ ਪੀਣ ਦੇਖਣਾ ਪਏਗਾ। ਸਾਨੂੰ ਐਕਸਰਸਾਈਜ਼ ਜਿਹੜੀ ਕਿ ਸਾਡੀ ਅੱਜ ਕੱਲ੍ਹ ਦੀ ਲਾਈਫ ਦੇ ਵਿੱਚ ਮਿਸਿੰਗ ਹੈਗੀ ਆ, ਉਹ ਸਾਨੂੰ ਆਪਣੀ ਅਡਾਪਟ ਕਰਨੀ ਪਏਗੀ। ਇਸ ਦਾ ਇਲਾਜ ਕੋਈ ਦਵਾਈ ਨਹੀਂ ਹੈ, ਇਸ ਦਾ ਕੋਈ ਪੱਕਾ ਇਲਾਜ ਦਵਾਈ ਨਹੀਂ ਹੈ। ਰਹਿਣਾ ਸਹਿਣਾ ਤੇ ਖਾਣਾ ਪੀਣਾ ਠੀਕ ਕਰ ਲਈਏ ਤੇ ਇਹ ਦਵਾਈ 100% ਸ਼ੋਰ ਹੋ ਜਾਂਦੀ। ਕੈਂਸਰ ਔਰਤਾਂ ਦੇ ਵਿੱਚ ਬੜਾ ਆ ਰਿਹਾ, ਉਹਦਾ ਕਾਰਨ ਕੀ ਹੈ? ਕੋਈ ਵੀ ਕੈਂਸਰ ਲੈ ਲਓ, ਉਹ ਅੱਜ ਕੱਲ੍ਹ ਸਾਡੀ ਓਬੈਸਿਟੀ, ਸਾਡਾ ਖਾਣ ਪੀਣ ਦੇ ਨਾਲ ਹੀ ਸੰਬੰਧਿਤ ਹੈ। ਗਰਭਵਤੀ ਮਾਵਾਂ, ਕੁੜੀਆਂ ਆ ਸਾਡੀਆਂ, ਉਹ ਬਸ ਮੰਜੇ ਤੇ ਪੈ ਜਾਂਦੀਆਂ ਕਿ ਸਾਨੂੰ ਹੁਣ ਬਿਮਾਰੀ ਲੱਗ ਗਈ ਹੈ। ਉਹ ਜਿਹੜੀ ਪ੍ਰੈਗਨੈਂਸੀ ਨੂੰ ਬਿਮਾਰੀ ਮੰਨਣ ਲੱਗ ਪਈਆਂ। ਬਹੁਤ ਭਾਰੀ ਕੰਮ ਨਾ ਕਰੋ, ਲੇਕਿਨ ਜਿਹੜੇ ਰੂਟੀਨ ਦਾ ਕੰਮ ਹੈਗਾ, ਨਹਾਉਣਾ ਧੋਣਾ, ਕੰਮ ਕਰਨਾ, ਸਫਾਈ ਪੋਚੇ, ਤੁਹਾਨੂੰ ਕੁਝ ਨਹੀਂ ਹੁੰਦਾ ਇਹਦੇ ਨਾਲ। ਬਰਦਾਸ਼ਤ ਕਰਨ ਦੀ ਇੱਕ ਸਾਨੂੰ ਆਪਣੇ ਆਪ 'ਚ ਇੱਕ ਲਿਆਉਣੀ ਚਾਹੀਦੀ ਹੈ, ਹਿੰਮਤ ਲਿਆਉਣੀ ਚਾਹੀਦੀ ਹੈ ਕਿ ਨਹੀਂ, ਇਹ ਮੈਨੂੰ ਕੁਦਰਤ ਨੇ ਇੰਨਾ ਵਧੀਆ ਇੱਕ ਮੈਨੂੰ ਮਾਂ ਬਣਨ ਦਾ ਇੱਕ ਮੌਕਾ ਦਿੱਤਾ, ਉਸ ਨੂੰ ਇੰਜੋਏ ਕਰੋ। ਇੰਜੋਏ ਕਰਕੇ ਉਸ ਨੂੰ ਸਿਰੇ ਦਿਓ। ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਕੁਛ ਵੀ ਅਸੀਂ ਲੋੜ ਤੋਂ ਵੱਧ ਖਾਵਾਂਗੇ, ਉਹਨੇ ਸਾਨੂੰ ਨੁਕਸਾਨ ਕਰਨਾ ਹੀ ਕਰਨਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਅਸ਼ਕ ਲੈ ਕੇ ਹਾਜ਼ਰ ਹਾਂ ਆਪਣਾ ਸ਼ੋਅ ਹੈਲਥ ਮੰਤਰਾ। ਇਸ ਸ਼ੋਅ ਦੇ ਵਿੱਚ ਅਸੀਂ ਵੱਖ-ਵੱਖ ਜਿਹੜੇ ਡਾਕਟਰਸ ਨਾਲ ਚਰਚਾ ਕਰਦੇ ਰਹਿੰਦੇ ਹਾਂ, ਮਾਹਿਰ ਜਿਹੜੇ ਡਾਕਟਰ ਨੇ, ਤੇ ਆਮ ਬਿਮਾਰੀਆਂ ਬਾਰੇ ਚਰਚਾ ਕਰਦੇ ਹਾਂ ਕਿ ਲੋਕਾਂ 'ਚ ਕੀ ਬਿਮਾਰੀਆਂ, ਕੀ ਉਹਦੇ ਇਲਾਜ ਨੇ। ਤੇ ਅੱਜ ਗੱਲ ਕਰਾਂਗੇ ਔਰਤਾਂ ਦੀ ਬਿਮਾਰੀਆਂ ਨੂੰ ਲੈ ਕੇ ਕਿ ਔਰਤਾਂ ਵਿੱਚ ਸਭ ਤੋਂ ਵੱਧ ਕਿਹੜੀ ਬਿਮਾਰੀ ਪਾਈ ਜਾਂਦੀ ਆ, ਕਿਉਂ ਹੁੰਦੀ ਆ, ਕਾਰਨ ਕੀ ਆ, ਕੀ ਉਹਦਾ ਇਲਾਜ ਆ। ਸਾਡੇ ਨਾਲ ਮੌਜੂਦ ਨੇ ਚਰਚਾ ਕਰਨ ਦੇ ਲਈ ਸੀਨੀਅਰ ਮੈਡੀਕਲ ਅਫਸਰ ਨਿਰਮਲ ਕੌਰ ਜੀ, ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਜਾਣਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਵੈਲਕਮ ਕਰ ਲੈਂਦੇ ਹਾਂ। ਮੈਂ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ। ਅੱਜ ਔਰਤਾਂ ਦੀ ਬਿਮਾਰੀ ਬਾਰੇ ਜੇ ਚਰਚਾ ਕਰਾਂਗੇ, ਸਭ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਆਮ ਕਰਕੇ ਔਰਤਾਂ ਜਿਹੜੀਆਂ ਬਿਮਾਰੀਆਂ ਨੇ ਉਹ ਪਾਈਆਂ ਜਾਂਦੀਆਂ, ਉਹ ਜ਼ਰੂਰ ਦੱਸਿਓ। ਅੱਜ ਦੇ ਟਾਈਮ ਵਿੱਚ ਸਭ ਤੋਂ ਜਿਹੜੀ ਕਾਮਨ ਬਿਮਾਰੀ ਜੋ ਸਾਡੇ ਦੇਖਣ ਦੇ ਵਿੱਚ ਆ ਰਹੀ ਹੈ, ਉਹ ਜਿਹੜੀ ਹੈਗੀ, ਉਹ ਹੈ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ, ਜਿਹਨੂੰ ਕਿ ਛੋਟੀ ਭਾਸ਼ਾ ਦੇ ਵਿੱਚ PCOS ਵੀ ਕਿਹਾ ਜਾਂਦਾ ਹੈ। ਇਹ ਜਿਹੜੀ ਬਿਮਾਰੀ ਹੈਗੀ ਹੈ, ਇਹ ਇੰਨੀ ਕਾਮਨ ਹੋ ਚੁੱਕੀ ਹੈ ਕਿ ਸਾਡੇ ਹਰ ਤੀਜੀ ਜਾਂ ਚੌਥੀ ਜਿਹੜੀ ਅਨਮੈਰਿਡ ਲੜਕੀ ਜਿਹੜੀ ਹੈਗੀ ਹੈ, ਤੇ ਮੈਰਿਡ ਜਿਹੜੀਆਂ ਫੀਮੇਲਸ ਦੇ ਵਿੱਚ ਵੀ ਬਹੁਤ ਜ਼ਿਆਦਾ ਦੇਖਣ ਨੂੰ ਪਾਈ ਜਾ ਰਹੀ ਹੈ। ਕੀ ਹੈ ਬਿਮਾਰੀ? ਤੁਸੀਂ ਨਾਮ ਤਾਂ ਚਲੋ ਦੱਸਤਾ, ਤੁਹਾਡੇ ਟੈਕਨੀਕਲ ਟਰਮਸ ਹੈਗੀ, ਆਮ ਲੋਕਾਂ ਲਈ ਪਰਿਭਾਸ਼ਾ 'ਚ ਕੀ ਬਿਮਾਰੀ ਹੈ? ਇਸ ਬਿਮਾਰੀ ਦੇ, ਇਹ ਜਿਹੜੀ ਬਿਮਾਰੀ ਹੈਗੀ ਹੈ, ਇਹ ਸਾਡੇ ਰਹਿਣ ਸਹਿਣ ਤੇ ਸਾਡੇ ਖਾਣ ਪੀਣ ਦੇ ਨਾਲ ਸੰਬੰਧਿਤ ਹੈ। ਜਿਵੇਂ ਮੈਂ ਪਹਿਲਾਂ ਦੱਸ ਚੁੱਕੀ ਹਾਂ, ਇਸ ਦੇ ਨਾਲ ਕੀ ਹੁੰਦਾ ਹੈ ਕਿ ਲੇਡੀਜ਼ ਦੇ ਵਿੱਚ, ਕੁੜੀਆਂ ਦੇ ਵਿੱਚ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਸ ਦੇ ਨਾਲ ਫਿਰ ਜਿਹੜੇ ਸਾਡੇ ਇੱਕ ਮੇਲ ਹਾਰਮੋਨਸ ਹੁੰਦੇ ਜਿਨ੍ਹਾਂ ਨੂੰ ਅਸੀਂ ਟੈਸਟੋਸਟੀਰੋਨਸ ਵੀ ਕਹਿੰਦੇ, ਉਹ ਫੈਟ ਦੇ ਵਿੱਚੋਂ ਉਹ ਹਾਰਮੋਨਸ ਬਣਨੇ ਸ਼ੁਰੂ ਹੋ ਜਾਂਦੇ ਆ। ਠੀਕ ਹੈ, ਜਿਉਂ-ਜਿਉਂ ਮੋਟਾਪਾ ਵੱਧਦਾ ਜਾਂਦਾ ਤਿਉਂ ਜਿਹੜੇ ਫੀਮੇਲ ਹਾਰਮੋਨਸ ਹੈ, ਜਿਨ੍ਹਾਂ ਨੂੰ ਈਸਟ੍ਰੋਜਨਸ ਵੀ ਕਿਹਾ ਜਾਂਦਾ, ਉਹਨਾਂ ਦੀ ਮਾਤਰਾ ਘਟਦੀ ਜਾਂਦੀ ਹੈ ਤੇ ਮੇਲ ਹਾਰਮੋਨਸ ਵੱਧਦੇ ਜਾਂਦੇ ਆ। ਸੋ ਜਿਵੇਂ ਇੱਕ ਔਰਤ ਨੂੰ ਆਪਣੀ ਨਾਰਮਲ ਜ਼ਿੰਦਗੀ ਜੀਣ ਦੇ ਲਈ ਫੀਮੇਲ ਹਾਰਮੋਨਸ ਦੀ ਜ਼ਰੂਰਤ ਹੁੰਦੀ ਹੈ, ਉਹਨਾਂ ਦੀ ਸਰੀਰ ਦੇ ਵਿੱਚ ਘਾਟ ਆ ਜਾਂਦੀ ਹੈ, ਜਿਹਦੇ ਕਰਕੇ ਬੱਚੇਦਾਨੀ ਦੇ ਵਿੱਚ ਬਹੁਤ ਸਾਰੀਆਂ ਪਾਣੀ ਵਾਲੀਆਂ ਥੈਲੀਆਂ, ਜਿਵੇਂ ਅਸੀਂ ਰਸੌਲੀਆਂ ਕਹਿੰਦੇ, ਉਹ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਸ ਕਰਕੇ ਉਹਨਾਂ ਦੇ ਵਿੱਚ ਮਾਹਵਾਰੀ ਦੀ ਪ੍ਰੋਬਲਮ ਆਉਂਦੀ ਹੈ। ਜਿਹੜਾ ਮਹੀਨਾ ਮਾਹਵਾਰੀ ਆਉਂਦੀ ਹੈ, ਜਾਂ ਤਾਂ ਕਈ ਮਹੀਨੇ ਨਹੀਂ ਆਉਂਦੀ, ਅਤੇ ਜੇ ਫਿਰ ਆਉਂਦੀ ਹੈ ਤਾਂ ਬਹੁਤ ਜ਼ਿਆਦਾ ਆਉਂਦੀ ਹੈ, ਅਤੇ ਮਹੀਨੇ 'ਚ ਕਈ ਵਾਰੀ ਆ ਜਾਂਦੀ ਹੈ, ਜਿਸ ਕਰਕੇ ਜਿਹੜਾ ਉਹਨਾਂ ਦਾ ਜਿਹੜਾ ਲਾਈਫ ਸਟਾਈਲ 'ਤੇ ਵੀ ਅਸਰ ਪੈ ਰਿਹਾ ਹੈ, ਉਹਨਾਂ ਦੇ ਵਰਕਿੰਗ ਕੰਡੀਸ਼ਨਸ 'ਤੇ ਵੀ ਅਸਰ ਪੈ ਰਿਹਾ, ਅਤੇ ਪਲੱਸ ਆਉਣ ਵਾਲੀ ਲਾਈਫ ਜਿਹੜੀ ਹੈਗੀ ਹੈ, ਕਿਉਂਕਿ ਇਹ ਬਿਮਾਰੀ ਅੱਗੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ। ਜਿਹੜਾ ਮੋਟਾਪੇ ਤੁਸੀਂ ਗੱਲ ਕੀਤੀ ਹੈ, ਇਹ ਥਾਇਰਾਇਡ ਵਗੈਰਾ ਵਾਲੀ ਪ੍ਰੋਬਲਮ ਮੋਟਾਪਾ ਹੁੰਦਾ ਜਾਂ ਜਨਰਲ ਜਿਹੜਾ ਅਸੀਂ ਖਾਣ ਪੀਣ ਕਰਕੇ ਮੋਟਾਪਾ ਆ ਜਾਂਦਾ ਉਹਦੇ ਕਰਕੇ?
ਦੇਖੋ ਮੋਟਾਪਾ ਜ਼ਿਆਦਾ ਦੇਖਿਆ ਜਾਵੇ ਤਾਂ ਸਿਰਫ ਸਾਡੇ ਖਾਣ ਪੀਣ ਕਰਕੇ ਆਉਂਦਾ ਹੈ, ਚਾਹੇ ਥਾਇਰਾਇਡ ਕਰਕੇ ਵੀ ਆਉਂਦਾ, ਬਟ ਥਾਇਰਾਇਡ ਦੇ ਕਾਰਨ ਮੋਟਾਪੇ ਨੂੰ ਅਸੀਂ ਚੈੱਕ ਕਰਕੇ ਟੈਸਟ ਕਰਕੇ ਉਸ ਨੂੰ ਠੀਕ ਕਰ ਸਕਦੇ ਹਾਂ। ਪਰ ਇਹ ਉਦੋਂ ਹੀ ਠੀਕ ਹੋਏਗਾ ਜੇ ਅਸੀਂ ਆਪਣਾ ਉਹਦੇ ਨਾਲ ਖਾਣਾ ਪੀਣਾ ਆਪਣਾ ਠੀਕ ਕਰਾਂਗੇ। ਖਾਣਾ ਪੀਣਾ ਜਿਹੜਾ ਆ ਮੇਨ, ਜਿਹੜਾ ਆਪਾਂ ਕਹਿ ਦਈਏ ਕਿ ਜੰਕ ਫੂਡ ਖਾਣ ਲੱਗ ਗਿਆ, ਜਾਂ ਹੋਰ ਜਿਹੜੀਆਂ ਐਸੀਆਂ ਚੀਜ਼ਾਂ ਜਿਹੜੀਆਂ ਫੈਟ ਦਿੰਦੀਆਂ, ਮਤਲਬ ਉਹ ਔਰਤਾਂ ਨੂੰ ਉਹ 'ਤੇ ਗਰੇਜ਼ ਕਰਨਾ ਚਾਹੀਦਾ। ਹਾਂਜੀ, ਅੱਜ ਕੱਲ੍ਹ ਜਿਹੜੀਆਂ ਪ੍ਰੋਬਲਮਸ ਅਸੀਂ ਦੇਖਦੇ ਹਾਂ ਸਾਰੀਆਂ ਸਾਡੇ ਖਾਣ ਪੀਣ ਦੇ ਨਾਲ ਹੀ ਸੰਬੰਧਿਤ ਹੈ। ਜਿਹੜੀ ਮਰਜ਼ੀ ਬਿਮਾਰੀ ਲੈ ਲਓ, ਚਾਹੇ ਉਹ ਸਾਡੀ ਸ਼ੂਗਰ ਹੈ, ਚਾਹੇ ਉਹ ਸਾਡਾ ਬਲੱਡ ਪ੍ਰੈਸ਼ਰ ਹੈ, ਚਾਹੇ ਉਹ ਹੱਡਿਆਂ ਦਾ ਦਰਦ ਹੈ, ਚਾਹੇ ਮਤਲਬ ਕੋਈ ਵੀ ਬਿਮਾਰੀ ਹੈ, ਉਹ ਸਾਡੇ ਅੱਜ ਕੱਲ੍ਹ ਖਾਣ ਪੀਣ ਦੇ ਨਾਲ ਸੰਬੰਧਿਤ ਹੈ। ਅਸੀਂ ਕਿਸੇ ਵੀ ਚੀਜ਼ ਸਾਡਾ ਖਾਣ ਨੂੰ ਜੀ ਕਰਦਾ, ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਉਸਨੂੰ ਬਾਹਰੋਂ ਮੰਗਵਾ ਲਿਆ ਜਾਵੇ। ਬਾਹਰ ਦਾ ਜਿਹੜਾ ਖਾਣਾ ਸਾਨੂੰ ਪਤਾ ਹੈ ਵੀ ਕਿੱਦਾਂ ਤਲਿਆ ਜਾਂਦਾ, ਉਹਨੂੰ ਕਿੱਦਾਂ ਪ੍ਰੀਜ਼ਰਵ ਕਰਿਆ ਜਾਂਦਾ, ਜਿੰਨੇ ਵੀ ਪ੍ਰੀਜ਼ਰਵੇਟਿਵਸ ਆ ਕਿੰਨੇ ਹਾਨੀਕਾਰਕ ਹੁੰਦੇ ਆ। ਸੋ ਕੋਸ਼ਿਸ਼ ਸਾਨੂੰ ਇਹ ਕਰਨੀ ਚਾਹੀਦੀ ਕਿ ਅਸੀਂ ਆਪਣਾ ਘਰ ਦਾ ਬਣਿਆ ਖਾਣਾ ਘਰੋਂ ਜੋ ਵੀ ਹੈ ਬਣਾ ਕੇ ਆਪਣਾ ਖਾਣਾ ਖਾਈਏ। ਗੱਲ ਕੀਤੀ ਹੈ ਇਹਦੇ ਨਾਲ ਮਹਾਮਾਰੀ ਦਾ ਜਾਂ ਮਹੀਨੇਵਾਰ ਜਿਹੜੇ ਆਮ ਜਿਹੜੀ ਰੂਟੀਨ ਆ ਲੇਡੀਜ਼ ਦੀ, ਜੇ ਉਹ ਡਿਸਟਰਬ ਹੁੰਦੀ ਹੈ ਫਿਰ ਬੱਚਾ ਪੈਦਾ ਕਰਨ ਦੀ ਵੀ ਜਿਹੜੀ ਦਿੱਕਤ ਆਉਂਦੀ ਹੈ ਹੋਣੀ, ਕਿਉਂਕਿ ਆਮ ਕਰਕੇ ਦੇਖਿਆ ਅੱਜ ਕੱਲ੍ਹ ਬਹੁਤ ਸਾਰੀ ਪ੍ਰੋਬਲਮ ਬੱਚਾ ਹੀ ਨਹੀਂ ਹੋ ਰਿਹਾ। ਹਾਂਜੀ, ਇਹ ਜਿਹੜਾ ਹੈਗਾ ਇੱਕ ਬਹੁਤ ਵੱਡਾ ਇੱਕ ਕੰਟਰੀਬਿਊਟਿੰਗ ਫੈਕਟਰ ਹੈਗਾ ਅੱਜ ਕੱਲ੍ਹ ਦੀਆਂ ਕੁੜੀਆਂ ਦੇ ਲਈ, ਕਿਉਂਕਿ ਜਦੋਂ ਫਿਰ ਇਸ ਦੇ ਵਿੱਚ ਜਿਹੜਾ PCOS ਹੈਗਾ, ਇਸ ਦੇ ਵਿੱਚ ਕਈ ਅੰਡੇ ਬਣਦੇ ਹੁੰਦੇ ਆ ਜੋ ਸਾਨੂੰ ਬੱਚਾ ਪੈਦਾ ਹੋਣ ਲਈ ਚਾਹੀਦੇ ਹੁੰਦੇ, ਇਹਦੇ ਵਿੱਚ ਮਲਟੀਪਲ ਐਗਸ ਬਣ ਜਾਂਦੇ ਆ, ਬਟ ਮੈਚੋਰਿਟੀ ਵੱਲ ਕੋਈ ਨਹੀਂ ਪਹੁੰਚਦਾ। ਸੋ ਉਹਦੇ ਕਰਕੇ ਜਿਹੜੀ ਇਨਫਰਟੀਲਿਟੀ ਹੈਗੀ ਆ, ਬੱਚਿਆਂ ਦਾ ਨਾ ਹੋਣਾ ਅੱਜ ਕੱਲ੍ਹ ਦੀ ਸਾਡੀ ਜਨਰੇਸ਼ਨ 'ਚ ਬੜਾ ਕਾਮਨ ਹੋ ਰਿਹਾ। ਇਸੇ ਕਰਕੇ ਸਾਡਾ ਜਿਹੜਾ ਖਰਚਾ ਹੋ ਰਿਹਾ, ਮੈਰਿਜ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਕੁੜੀਆਂ ਨੂੰ ਇਨਫਰਟੀਲਿਟੀ ਹੋ ਰਹੀ ਹੈ, ਕੰਸੈਪਸ਼ਨ ਨਹੀਂ ਹੋ ਰਹੀ, ਬੱਚੇ ਮਤਲਬ ਪ੍ਰੈਗਨੈਂਸੀ ਨਹੀਂ ਹੋ ਰਹੀ। ਸੋ ਇਸ ਦਾ ਹੀ ਇੱਕ ਕਾਰਨ ਹੈ, PCOS ਦਾ ਹੀ ਕਾਰਨ ਹੈ। ਘਾਤਕ ਹੈਗੀ ਔਰਤਾਂ ਲਈ, ਕਿ ਨੁਕਸਾਨ ਜਿਹੜਾ ਹੈ। ਬਿਲਕੁਲ ਜੀ, ਇਹ ਬਿਮਾਰੀ ਬਹੁਤ ਘਾਤਕ ਹੈ, ਕਿਉਂਕਿ ਇਹ ਹੌਲੀ ਹੌਲੀ ਤੁਹਾਨੂੰ ਇਸ ਦੇ ਨਾਲ ਹੋਰ ਜਿਹੜੇ ਕਾਰਨ ਹੈਗੇ ਆ, ਤੁਹਾਨੂੰ ਥਾਇਰਾਇਡ ਵੀ ਹੋ ਜਾਂਦਾ ਹੈ, ਪਲੱਸ ਤੁਹਾਨੂੰ ਸ਼ੂਗਰ ਹੋਣ ਦੇ ਚਾਂਸਸ ਹੁੰਦੇ ਹੈ, ਤੁਹਾਡੇ ਜਿਹੜੇ ਚਿਹਰੇ 'ਤੇ ਅਣਚਾਹੇ ਵਾਲ ਆ ਜਾਂਦੇ ਹੈ, ਹੋਰ ਬੜੀਆਂ ਚੇਂਜਸ ਹੁੰਦੀਆਂ ਜਿਹੜੀਆਂ ਆਉਂਦੀਆਂ। ਕਈ ਵਾਰ ਆਪਾਂ ਜਨਰਲ ਦੇਖੀਏ ਤਾਂ ਕਈ ਲੇਡੀਜ਼ ਦੇ ਜਿਵੇਂ ਦਾੜੀ, ਆਪਾਂ ਜੇ ਨਹੀਂ ਉਹ ਸ਼ਬਦ ਯੂਜ਼ ਕਰੀਏ ਤਾਂ ਦਾੜੀ ਆ ਗਈ, ਮੁੱਛਾਂ ਆ ਗਈਆਂ, ਜਿਹੇ ਜਿਹੇ ਵਾਲ ਆ ਗਏ, ਮਤਲਬ ਇਹ ਉਹ ਕਾਰਨ। ਹਾਂਜੀ ਬਿਲਕੁਲ, ਇਹ ਉਸਦਾ ਇੱਕ ਕਾਰਨ, ਬਹੁਤ ਵੱਡਾ ਕਾਰਨ ਹੈ ਇਹ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਅਸੀਂ ਇਸ ਬਿਮਾਰੀ ਤੋਂ ਬਚਣਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਤਾਂ ਆਪਣਾ ਖਾਣ ਪੀਣ ਦੇਖਣਾ ਪਏਗਾ। ਸਾਨੂੰ ਐਕਸਰਸਾਈਜ਼ ਜਿਹੜੀ ਕਿ ਸਾਡੀ ਅੱਜ ਕੱਲ੍ਹ ਦੀ ਲਾਈਫ ਦੇ ਵਿੱਚ ਮਿਸਿੰਗ ਹੈਗੀ ਆ, ਉਹ ਸਾਨੂੰ ਆਪਣੀ ਅਡਾਪਟ ਕਰਨੀ ਪਏਗੀ। ਸਾਨੂੰ ਅੱਜ ਕੱਲ੍ਹ ਜਿਹੜੇ ਲੋਕੀ ਹੈਗੇ ਆ, ਉਹ ਖਾ ਕੇ ਜ਼ਿਆਦਾ ਮਰਨ ਲੱਗ ਪਏ ਆ, ਭੁੱਖੇ ਨਹੀਂ ਮਰ ਰਹੇ। ਸੋ ਸਾਨੂੰ ਆਪਣਾ ਲਾਈਫ ਸਟਾਈਲ ਸਾਨੂੰ ਚੇਂਜ ਕਰਨਾ ਪਏਗਾ। ਸਾਨੂੰ ਆਪਣੇ ਬੱਚਿਆਂ ਨੂੰ, ਆਪਣੀਆਂ ਕੁੜੀਆਂ ਨੂੰ, ਚਾਹੇ ਉਹ ਲੜਕਾ ਹੈ ਚਾਹੇ ਲੜਕੀ ਹੈ, ਉਹਨਾਂ ਨੂੰ ਛੋਟੇ ਹੁੰਦੇ ਹੀ ਸਾਨੂੰ ਉਹਨਾਂ ਨੂੰ ਐਨਕਰੇਜ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਇੱਕ ਫਿਜ਼ੀਕਲ ਐਕਟੀਵਿਟੀ, ਕੋਈ ਇੱਕ ਐਕਸਰਸਾਈਜ਼ ਉਹ ਅੱਧੇ ਪੌਣੇ ਘੰਟੇ ਲਈ ਆਪਣੀ ਲਾਈਫ ਦੇ ਵਿੱਚ, ਆਪਣੇ ਡੇਲੀ ਰੂਟੀਨ ਦੇ ਵਿੱਚ ਜ਼ਰੂਰ ਐਡ ਕਰੇ, ਤਾਂ ਕਿ ਅਸੀਂ ਇਹਨਾਂ ਆਉਣ ਵਾਲੀਆਂ ਬਿਮਾਰੀਆਂ ਤੋਂ ਅਸੀਂ ਬਚ ਸਕੀਏ। ਕਾਰਨ ਕਈ ਵਾਰ ਅਸੀਂ ਪਹਿਲਾਂ ਦੇਖਦੇ ਸੀਗੇ ਕਿ ਉਹ ਪੀਚੋ ਖੇਲ ਲਈ ਜਾਂ ਰੱਸੀ ਟੱਪ ਲਈ ਜਾਂ ਹੋਰ ਚੀਜ਼ਾਂ ਕੁੜੀਆਂ ਐਕਟੀਵਿਟੀ ਕਰਦੀਆਂ ਸੀ, ਵੀ ਮਤਲਬ ਅੱਜ ਕੱਲ੍ਹ ਉਹ ਨਹੀਂ ਕਰ ਰਹੀਆਂ। ਸੋ ਮੇਜਰ ਕਾਰਨ ਇਹ ਵੀ ਹੈਗਾ ਕਿ ਮਿਸਿੰਗ ਹੈ, ਤਾਂ ਇਹ ਪ੍ਰੋਬਲਮਸ ਕ੍ਰੀਏਟ। ਹਾਂਜੀ ਬਿਲਕੁਲ, ਪਹਿਲੇ ਜ਼ਮਾਨੇ ਜਦੋਂ ਅਸੀਂ ਬੱਚੇ ਹੁੰਦੇ ਸੀ, ਅਸੀਂ ਬਹੁਤ ਖੇਡਦੇ ਹੁੰਦੇ ਸੀ, ਪੜ੍ਹਦੇ ਵੀ ਹੁੰਦੇ ਸੀ ਅਤੇ ਖੇਡਦੇ ਵੀ ਹੁੰਦੇ ਸੀ। ਪਰ ਅੱਜ ਕੱਲ੍ਹ ਦੇ ਜੇ ਅਸੀਂ ਦੇਖਿਆ, ਬੱਚਿਆਂ 'ਤੇ ਮਾਨਸਿਕ ਪ੍ਰੈਸ਼ਰ ਇੰਨਾ ਪਿਆ ਹੁੰਦਾ ਕਿ ਪਹਿਲਾਂ ਉਹ 5-5 6-6 ਘੰਟੇ ਸਕੂਲ 'ਚ ਜਾ ਕੇ ਪੜ੍ਹਦੇ ਆ, ਉਸ ਤੋਂ ਬਾਅਦ ਉਹ ਆ ਕੇ ਉਹਨਾਂ ਨੂੰ ਟਿਊਸ਼ਨ 'ਤੇ ਭੇਜ ਦਿੱਤਾ ਜਾਂਦਾ। ਉਹਨਾਂ ਕੋਲ ਐਕਟੀਵਿਟੀ ਲਈ, ਆਪਣੀ ਐਕਸਰਸਾਈਜ਼ ਲਈ ਟਾਈਮ ਹੀ ਨਹੀਂ, ਜਾਂ ਖੇਡਣ ਦੇ ਲਈ ਕੋਈ ਟਾਈਮ ਹੀ ਨਹੀਂ ਹੁੰਦਾ ਹੈਗਾ। ਸੋ ਇਹ ਪੇਰੈਂਟਸ ਨੂੰ ਮੇਰੇ ਵੱਲੋਂ ਇੱਕ ਸਲਾਹ ਹੈ ਕਿ ਬੱਚਿਆਂ ਨੂੰ ਇੰਨਾ ਨਾ ਤੁਸੀਂ ਮੈਂਟਲ ਪ੍ਰੈਸ਼ਰ ਨਾ ਕ੍ਰੀਏਟ ਕਰੋ ਪੜ੍ਹਾਈ ਦਾ। ਬੱਚੇ ਨੇ ਜਿੰਨਾ ਪੜ੍ਹਨਾ ਉਹਨੇ ਪੜ੍ਹ ਲੈਣਾ ਹੁੰਦਾ ਉਹ, ਲੇਕਿਨ ਉਹਨਾਂ ਦੇ ਲਈ ਘੰਟਾ 1.5 ਘੰਟਾ ਉਹਨਾਂ ਨੂੰ ਜ਼ਰੂਰ ਇੱਕ ਸਰੀਰਕ ਜਿਹੜੀ ਹੈਗੀ ਆ ਐਕਸਰਸਾਈਜ਼, ਇੱਕ ਫਿਜ਼ੀਕਲ ਐਕਟੀਵਿਟੀ ਉਹਨਾਂ ਦੀ ਜ਼ਰੂਰਤ ਉਹਨਾਂ ਦੀ ਲਾਈਫ ਦੇ ਵਿੱਚ ਲਿਆਓ, ਤਾਂ ਕਿ ਉਹ ਇਹ ਨਹੀਂ ਹੈ ਕਿ ਅਸੀਂ ਮੋਟਾਪੇ ਨੂੰ ਦੂਰ ਰੱਖਣਾ ਇਹਦੇ ਨਾਲ ਇਹਦਾ ਕਿ ਜਿੰਨਾ ਬੱਚਾ ਸਰੀਰਕ ਤੌਰ 'ਤੇ ਤੰਦਰੁਸਤ ਹੋਏਗਾ, ਉਨਾ ਹੀ ਉਹ ਮਾਨਸਿਕ ਤੌਰ 'ਤੇ ਵੀ ਤੰਦਰੁਸਤ ਹੋਏਗਾ। ਇਸ ਦੀ ਗੱਲ ਜਿਹੜੀ ਬਾਰੇ ਦੀ ਕੀਤੀ ਹੈ, ਮਤਲਬ ਇਹ ਕੇਵਲ ਮੋਟੀਆਂ ਜਾਂ ਹੈਲਦੀ ਕੁੜੀਆਂ 'ਚ ਹੀ ਹੁੰਦੀਆਂ, ਜਾਂ ਕਈ ਵਾਰ ਕੋਈ ਪਤਲੀ ਵੀ ਹੈਗੀ ਆ, ਸਲਿਮ ਆ, ਉਹਦੇ 'ਚ ਵੀ ਇਹ ਪ੍ਰੋਬਲਮਸ ਹੋ ਸਕਦੀਆਂ? ਮੋਸਟਲੀ ਇਹ ਜਿਹੜੀ ਪ੍ਰੋਬਲਮ ਹੈ ਇਹ ਮੋਟੀਆਂ ਕੁੜੀਆਂ ਦੇ ਵਿੱਚ ਹੀ ਆ ਰਹੀ ਹੈ, ਬਟ ਬਹੁਤ ਘੱਟ ਕੇਸਿਸ ਹੈਗੇ ਆ। ਤੁਸੀਂ ਇਹ ਕਹਿ ਸਕਦੇ ਹੋ ਕਿ 400-500 ਪਿੱਛੇ ਕੋਈ ਇੱਕ ਕੇਸ ਇਹੋ ਜਿਹਾ ਹੁੰਦਾ। ਜਿਹੜੀਆਂ ਪਤਲੀਆਂ ਕੁੜੀਆਂ ਵੀ ਹੁੰਦੀਆਂ, ਉਹਨਾਂ ਦੇ ਵਿੱਚ ਵੀ ਇਹ ਦੇਖਣ ਨੂੰ ਆ ਰਹੀ ਹੈ, ਬਟ ਉਹਦੇ ਕਾਰਨ ਕੋਈ ਡਿਫਰੈਂਟ ਹੁੰਦੇ ਆ। ਉਹ ਵੀ ਅਸੀਂ ਟੈਸਟ ਵਗੈਰਾ ਕਰਕੇ ਅਸੀਂ ਉਸ ਹਿਸਾਬ ਨਾਲ ਅਸੀਂ ਉਹਦੀ ਟਰੀਟਮੈਂਟ ਜ਼ਰੂਰ ਕਰਦੇ ਹਾਂ। ਜਿਹੜਾ ਜੇ ਕੁੜੀ ਕੁਆਰੀ ਹੈ, ਜਦ ਤੋਂ ਹੀ ਇਹਦਾ ਪ੍ਰੋਸੀਜਰ ਜਿਹੜਾ ਸ਼ੁਰੂ ਹੋ ਜਾਂਦਾ, ਮਤਲਬ ਇਹ ਬਿਮਾਰੀ ਜਦ ਤੋਂ ਜ਼ਿਆਦਾ ਘਾਤਕ ਰਹਿੰਦੀ ਹੈ, ਕਿ ਕਈ ਵਾਰ ਜਿਹੜੇ ਵਿਆਹੀ ਹੋਈ ਹੈ ਉਸ ਤੋਂ ਬਾਅਦ ਵੀ ਜਿਹੜਾ ਇਹ ਹੋ ਸਕਦੀ ਹੈ ਪ੍ਰੋਬਲਮ ਜੀ? ਇਹ ਅਨਮੈਰਿਡ ਤੇ ਮੈਰਿਡ ਦੋਨਾਂ ਦੇ ਵਿੱਚ ਹੀ ਹੁੰਦੀ ਹੈ।
ਦੋਨਾਂ ਦੇ ਵਿੱਚ ਹੀ ਹੁੰਦੀ ਹੈ। ਤੇ ਜਦੋਂ ਵੀ ਪਿਊਬਰਟਲ ਏਜ ਆਉਂਦੀ ਹੈ ਬੱਚੇ ਦੀ, ਜਦੋਂ ਬੱਚੇ ਨੂੰ ਮਹੀਨਾ ਆਉਣਾ ਸ਼ੁਰੂ ਹੁੰਦਾ ਹੈ, ਜਦ 10-11 ਸਾਲ ਤੋਂ, ਜਿਵੇਂ ਸਾਨੂੰ ਪਤਾ ਅੱਜ ਕੱਲ੍ਹ ਬੱਚਿਆਂ ਨੂੰ ਮਹੀਨਾ ਆਉਣਾ ਸ਼ੁਰੂ ਹੋ ਜਾਂਦਾ, ਉਸ ਤੋਂ ਬਾਅਦ ਹੀ ਚੇਂਜਸ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਸਾਨੂੰ ਲੋੜ ਹੈ ਬੱਚੇ ਨੂੰ ਛੋਟੇ ਹੁੰਦੇ, ਜਿਵੇਂ ਉਹ 5ਵੀਂ 6ਵੀਂ ਤੋਂ ਬਾਅਦ ਹੀ ਉਹਨਾਂ ਨੂੰ ਅਸੀਂ ਇਸ ਦੇ ਬਾਰੇ ਅਵੇਅਰ ਕਰਾਈਏ ਤੇ ਅਵੇਅਰ ਕਰਾ ਕੇ ਬੱਚਿਆਂ ਨੂੰ ਇਸ ਬਿਮਾਰੀ ਤੋਂ ਦੂਰ ਰੱਖੀਏ। ਚਲੋ ਤੁਸੀਂ ਇੱਕ ਬਿਮਾਰੀ ਦੱਸ ਰਹੇ ਹੋ ਜਿਹਦੇ ਨਾਲ ਵੱਡਾ ਨੁਕਸਾਨ ਹੈ। ਮੈਨੂੰ ਪਤਾ ਕਿ ਅੱਜ ਕੱਲ੍ਹ ਅਸੀਂ ਦੇਖਿਆ ਕਿ ਮੋਸਟਲੀ ਅੱਜ ਕੱਲ੍ਹ ਜਿੰਨੇ ਵੀ ਜਿਹੜੇ ਨਵੇਂ ਵਿਆਹ ਜੋੜੇ ਨੇ ਤਾਂ ਬੱਚਾ ਨਹੀਂ ਹੋ ਰਿਹਾ ਉਹਨਾਂ ਦਾ, ਮਤਲਬ ਮੇਨ ਵੱਡਾ ਕਾਰਨ ਇਹਨੂੰ ਅਸੀਂ ਮੰਨ ਸਕਦੇ ਹਾਂ ਕਿ ਹੈ ਜਿਹੜਾ ਕਾਰਨ। ਬਿਲਕੁਲ ਜੀ, ਬਹੁਤ ਵੱਡਾ ਕਾਰਨ ਹੈ ਇਹ। ਮੇਰੀ ਆਪਣੀ ਪ੍ਰੈਕਟਿਸ ਦੇ ਵਿੱਚ ਮੈਂ ਹੁਣ ਤੱਕ ਅੱਜ ਸਾਡੀ ਜਿਹੜੀ ਇੰਡੀਆ ਦੀ ਜਿਹੜੀ ਇੱਕ ਮੈਂਟੈਲਿਟੀ ਹੈ ਸਾਡੀ, ਅਸੀਂ ਹਰ ਬਿਮਾਰੀ ਦਾ ਇਲਾਜ ਅਸੀਂ ਦਵਾਈਆਂ 'ਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਪਾਸ ਪੇਸ਼ੈਂਟਸ ਆਉਂਦੇ ਆ, ਅਸੀਂ ਉਹਨਾਂ ਦੀ ਕਾਉਂਸਲਿੰਗ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਵੱਲੋਂ, ਜਿੰਨਾ ਸਾਡੇ ਪਾਸ ਟਾਈਮ ਹੁੰਦਾ ਉਸ ਆਪਣੇ ਵੀ ਟਰਾਈ ਟੂ ਗਿਵ ਆਵਰ ਬੈਸਟ। ਬਟ ਕਈ ਪੇਸ਼ੈਂਟ ਤਾਂ ਸਮਝ ਜਾਂਦੇ ਆ ਕਿ ਹਾਂਜੀ ਇਸ ਦਾ, ਕਿਉਂਕਿ ਇਸ ਦਾ ਇਲਾਜ ਕੋਈ ਦਵਾਈ ਨਹੀਂ ਹੈ, ਇਸ ਦਾ ਕੋਈ ਪੱਕਾ ਇਲਾਜ ਦਵਾਈ ਨਹੀਂ ਹੈ। ਇਸ ਦਵਾਈ ਨੂੰ ਜੇ ਅਸੀਂ ਆਪਣਾ ਰਹਿਣਾ ਸਹਿਣਾ ਤੇ ਖਾਣਾ ਪੀਣਾ ਠੀਕ ਕਰ ਲਈਏ ਤੇ ਇਹ ਦਵਾਈ 100% ਸ਼ੋਰ ਹੋ ਜਾਂਦੀ ਹੈ। ਤੇ ਮੇਰੇ ਇਹ ਜਿਹੇ 3-4 ਪੇਸ਼ੈਂਟਸ ਵੀ ਹੈਗੇ ਜਿਨ੍ਹਾਂ ਦੇ ਅੱਜ 2-2 3-3 ਬੱਚੇ ਆ, ਕਿਉਂਕਿ ਉਹਨਾਂ ਨੇ ਸਾਡੀ ਐਡਵਾਈਸ ਨੂੰ, ਸਾਡੀ ਕਾਉਂਸਲਿੰਗ ਉਹਨਾਂ ਨੇ ਫੋਲੋ ਕਰ ਲਿਆ। ਬਟ ਲੋਕਾਂ ਨੂੰ, ਕਿਉਂਕਿ ਉਹ ਆਪਣੀ ਉਹਨਾਂ ਨੂੰ ਇਹ ਹੁੰਦਾ ਕਿ ਸਾਡਾ ਹਰ ਜਿਹੜਾ ਇਲਾਜ ਹੈਗਾ ਦਵਾਈ ਦੇ ਨਾਲ ਹੀ ਹੋ ਜਾਵੇ, ਸਾਨੂੰ ਆਪਣੇ ਤੌਰ 'ਤੇ ਕੋਈ ਮਿਹਨਤ ਨਾ ਕਰਨੀ ਪਵੇ। ਸੋ ਇਸ ਕਰਕੇ ਉੱਥੇ ਉਹਨਾਂ ਕਪਲਸ ਦੇ ਵਿੱਚ ਇਹ ਪ੍ਰੋਬਲਮਸ ਬਹੁਤ ਆ ਰਹੀ ਹੈ। ਜ਼ਿਆਦਾ ਕੈਲਰੀਜ਼ ਵਾਲੀ ਚੀਜ਼ਾਂ ਖਾਣ ਨਾਲ ਹੁੰਦਾ, ਜਾਂ ਜੇ ਪੈਸਟੀਸਾਈਡ ਵਾਲੀ ਜਿਹੜੀਆਂ ਦਵਾਈਆਂ ਦੁਵੀਆਂ ਸਪਰੇਅ ਵਾਲੀਆਂ ਚੀਜ਼ਾਂ ਸੀ ਖਾਣੇ, ਉਹ ਵੀ ਕਿਤੇ ਨਾ ਕਿਤੇ ਅਸਰ ਕਰਦੀਆਂ? ਦੇਖੋ, ਜ਼ਿਆਦਾ ਤਾਂ ਇਹਦੇ ਵਿੱਚ ਕੈਲਰੀ ਇਨਟੇਕ ਹੀ ਹੁੰਦੀ ਹੈ। ਜ਼ਿਆਦਾ ਜਿਹੜਾ ਅਸੀਂ PCOS ਦਾ ਕਾਰਨ ਹੈਗਾ ਕਿ ਅਸੀਂ ਤਲੀਆਂ ਚੀਜ਼ਾਂ ਖਾਵਾਂਗੇ, ਅਸੀਂ ਮਿੱਠੀਆਂ ਚੀਜ਼ਾਂ ਖਾਵਾਂਗੇ, ਅਸੀਂ ਫਾਸਟ ਫੂਡ ਖਾਵਾਂਗੇ, ਠੀਕ ਹੈ, ਇਹਨਾਂ ਦੇ ਨਾਲ ਹੀ ਹੁੰਦਾ। ਬਟ ਹਾਂ, ਕੈਮੀਕਲਸ ਵਾਲੀਆਂ ਚੀਜ਼ਾਂ ਦਾ ਵੀ ਕੋਈ ਨਾ ਕਿਤੇ ਰੋਲ ਹੈਗਾ, ਜਿਹਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ। ਹੋਰ ਕਿਹੜੀ ਇਹੀ ਬਿਮਾਰੀ ਦੇ ਨਾਲ ਜੇ ਅਸੀਂ ਗੱਲ ਕਰੀਏ ਤਾਂ, ਕਿਉਂਕਿ ਇਹ ਬਿਮਾਰੀ ਐਸੀ ਕਈ ਵਾਰ ਹੋਰ ਵੀ ਬਿਮਾਰੀਆਂ ਹੋ ਸਕਦੀਆਂ, ਜਿਵੇਂ ਅਸੀਂ ਕਹੀਏ ਕਿ ਮਹਾਮਾਰੀ ਦਿੱਕਤ ਆ, ਜਿਵੇਂ ਔਰਤਾਂ ਆਮ ਕਰਕੇ ਜਨਰਲ ਗੱਲ ਕਰਦੀਆਂ ਵੀ ਮੈਨੂੰ ਇਹ ਪ੍ਰੋਬਲਮ ਹੋ ਗਈ, ਮੈਨੂੰ ਹੋ ਗਈ, ਕਿਹੜੇ ਬਿਮਾਰੀਆਂ ਜਿਹੜੀਆਂ ਹੋਰ ਹੋ ਜਾਂਦੀਆਂ? ਇਹਦੇ ਨਾਲ ਦੇਖੋ ਰਿਲੇਟਡ ਸ਼ੂਗਰ ਵੀ ਹੋ ਜਾਂਦੀ ਹੈ। ਹੌਲੀ ਹੌਲੀ ਉਹ ਇੰਨਾ ਜ਼ਿਆਦਾ ਹਾਰਮੋਨ ਡਿਸਟਰਬੈਂਸਸ ਹੋ ਜਾਂਦੇ, ਇੰਬੈਲੈਂਸ ਹੋ ਜਾਂਦਾ ਕਿ ਪੇਸ਼ੈਂਟ ਨੂੰ ਸ਼ੂਗਰ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਹੜੀ ਹੈ ਬਿਮਾਰੀ ਹੈ। ਉਸ ਤੋਂ ਬਾਅਦ ਉਹਨੂੰ ਬਲੱਡ ਪ੍ਰੈਸ਼ਰ ਹੋਣਾ ਸ਼ੁਰੂ ਹੋ ਜਾਂਦਾ, ਉਹਨੂੰ ਉਹਦਾ ਜਿਹੜਾ ਆਪਣਾ ਕੋਲੈਸਟਰੋਲ ਹੈ ਉਹ ਵਧਣਾ ਹੋ ਜਾਂਦਾ। ਹੌਲੀ ਹੌਲੀ ਜਦੋਂ ਇਹ ਸਾਰੀਆਂ ਬਲੱਡ ਪ੍ਰੈਸ਼ਰ ਹੋ ਜਾਏਗਾ, ਕੋਲੈਸਟਰੋਲ ਵੱਧ ਗਿਆ ਤੁਹਾਡਾ, ਤੇ ਤੁਹਾਡੇ ਉਹਦੇ ਗੁਰਦਿਆਂ 'ਤੇ ਅਸਰ ਪੈਣਾ ਸ਼ੁਰੂ ਹੋ ਜਾਊਗਾ। ਗੁਰਦਿਆਂ 'ਤੇ ਅਸਰ ਪੈ ਗਿਆ ਤੁਹਾਡਾ, ਹੌਲੀ ਹੌਲੀ ਸਾਰੇ ਮਲਟੀਪਲ ਆਰਗਨਸ 'ਤੇ ਅਸਰ ਪੈ ਜਾਏਗਾ। ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਰਹਿ ਜਾਂਦੇ ਹੋ। ਵਾਲ ਵਗੈਰਾ ਜਿਹੜੇ ਝੜਦੇ ਨੇ ਉਹਦੀ? ਬਿਲਕੁਲ ਜੀ, ਸੌਰੀ ਮੈਂ ਤੁਹਾਨੂੰ ਇਹ ਆਪਣਾ ਮੈਂਸ਼ਨ ਕਰਨਾ ਭੁੱਲ ਗਈ। ਸਭ ਤੋਂ ਇੱਕ ਕਾਮਨ ਦੇਖਿਆ ਗਿਆ ਕਿ ਇਹਨਾਂ ਕੁੜੀਆਂ ਦੇ ਵਿੱਚ ਤਾਂ ਉਹਨਾਂ ਦੇ ਇਹ ਜਿਹੜਾ ਹੇਅਰ ਫਾਲ ਜਿਹਨੂੰ ਅਸੀਂ ਕਹਿੰਦੇ ਹਾਂ ਬਹੁਤ ਹੋਣਾ ਸ਼ੁਰੂ ਹੋ ਜਾਂਦਾ, ਤੇ ਵਾਲ ਬੜੇ ਸਕੈਂਟੀ ਹੋ ਜਾਂਦੇ ਆ। ਕੀ ਸਿੰਪਟਮਸ ਕਿਵੇਂ ਪਤਾ ਲੱਗਦੇ ਆ? ਜਿਵੇਂ ਮੰਨ ਲਓ ਔਰਤ ਨੂੰ ਜੇ ਸ਼ੁਰੂਆਤ ਹੋਈ ਆ ਜਾਂ ਦਿਖਣੇ ਲੱਗਿਆ, ਕੀ ਸਿੰਪਟਮ ਸਭ ਤੋਂ ਇੰਪੋਰਟੈਂਟ ਜਿੱਥੋਂ ਪਤਾ ਲੱਗਣ ਆ ਜਾਂਦਾ ਵੀ ਮੈਂ ਇਹ ਪ੍ਰੋਬਲਮ ਵੱਲ ਜਿਹੜੀ ਜਾ ਰਹੀ? ਸਭ ਤੋਂ ਪਹਿਲਾਂ ਜੀ ਦੇਖੋ, ਉਹਨੂੰ ਟਾਈਮ ਦੇ ਨਾਲ ਮਾਹਵਾਰੀ ਨਹੀਂ ਆਏਗੀ, ਤੇ ਜਦੋਂ ਟਾਈਮ ਵਾਰ ਮਾਹਵਾਰੀ ਨਹੀਂ ਆਉਂਦੀ ਤਾਂ ਹਰ ਲੇਡੀ ਕੋਈ ਨਾ ਕੋਈ ਉਹ ਵਰਿਡ ਹੁੰਦੀ ਹੈ, ਇੱਧਰ ਉੱਧਰੋਂ ਸਲਾਹਾਂ ਪੁੱਛਦੀ ਹੈ। ਜੇ ਤਾਂ ਮੈਰਿਡ ਹੈਗੀ ਹੈ ਤਾਂ ਅਸੀਂ ਉਹ 'ਚ ਕੋਈ ਸਾਡਾ ਹੁੰਦਾ ਕਿ ਚਲੋ ਪ੍ਰੈਗਨੈਂਸੀ ਟੈਸਟ ਕਰਵਾ ਲਈਏ, ਕਿਤੇ ਪ੍ਰੈਗਨੈਂਸੀ ਨਾ ਹੋਵੇ। ਬਟ ਜੇ ਪ੍ਰੈਗਨੈਂਸੀ ਟੈਸਟ ਨੈਗੇਟਿਵ ਆਉਂਦਾ, ਫਿਰ ਅਸੀਂ ਦੂਜੇ ਪਾਸੇ ਨੂੰ PCOS ਵੱਲ ਨੂੰ ਦੇਖਣਾ ਸ਼ੁਰੂ ਹੋ ਜਾਂਦੇ ਹਾਂ। ਦੂਜਾ ਹੁੰਦਾ ਕਿ ਪੇਸ਼ੈਂਟ ਦਾ ਵੇਟ ਸਡਨਲੀ ਵੇਟ ਵਧਣਾ ਸ਼ੁਰੂ ਹੋ ਜਾਂਦਾ ਹੈ। ਸੋ ਇੱਕ ਸਿੰਪਟਮਸ ਹੁੰਦੇ ਆ ਜਿਹੜੇ ਸਾਨੂੰ ਪਤਾ ਲੱਗਣੇ ਸ਼ੁਰੂ ਹੋ ਜਾਂਦੇ ਆ। ਜੋ ਸਾਨੂੰ ਜਿਹੜਾ ਆ ਉਹ ਨੁਕਸਾਨਦੇਹ ਜਿਹੜੇ ਪਤਾ ਲੱਗਦਾ ਵੀ ਨੁਕਸਾਨਦੇਹ ਆ। ਹੋਰ ਵੀ ਕੋਈ ਮਤਲਬ ਹੁੰਦਾ ਫਿਜ਼ੀਕਲੀ ਹੋਰ ਪ੍ਰੋਬਲਮ ਇਸ ਤੋਂ ਇਲਾਵਾ, ਜਿਵੇਂ ਨਿਗਾਹ ਵਗੈਰਾ ਘਟਣੀ ਜਾਂ ਥਕਾਵਟ ਹੋਣੀ ਜਾਂ ਕੰਮ ਨਾ ਕਰਨਾ, ਇੱਦਾਂ ਕੁਛ? ਨਿਗਾਹ ਘਟਣ ਦਾ ਤਾਂ ਰੋਲ ਇਹਦੇ ਵਿੱਚ ਨਹੀਂ ਹੈ, ਬਟ ਥਕਾਵਟ ਜ਼ਰੂਰ ਹੁੰਦੀ ਹੈ ਇਹਦੇ ਵਿੱਚ। ਪੇਸ਼ੈਂਟ ਤਾਂ ਹਰ ਵੇਲੇ ਥੱਕਿਆ ਮਹਿਸੂਸ ਕਰਦਾ ਹੈ। ਜਿਹੜੇ ਹਾਰਮੋਨ ਤੁਸੀਂ ਕਿਹਾ ਕਿ ਹਾਰਮੋਨ ਬਦਲ ਜਾਂਦੇ ਨੇ, ਥੋੜੇ ਜਿਹੇ ਮੇਲ ਜਿਹੜੇ ਐਡ ਹੋਣਾ ਸ਼ੁਰੂ ਹੁੰਦੇ ਨੇ, ਨੇਚਰ ਤੇ ਵੀ ਬੰਦੇ ਦੀ ਕੁਝ ਅਸਰ ਪੈਂਦਾ ਇਸ ਨਾਲ, ਜਾਂ ਸਿਰਫ ਫਿਜ਼ੀਕਲੀ ਅਸਰ ਰਹਿੰਦਾ ਹੈ? ਨਹੀਂ, ਦੇਖੋ, ਜੇ ਬੰਦਾ ਸਰੀਰਕ ਤੌਰ 'ਤੇ ਤੰਦਰੁਸਤ ਨਹੀਂ ਆ ਤਾਂ ਨੇਚਰ 'ਤੇ ਤਾਂ ਫਿਰ ਮੈਂਟਲੀ ਵੀ ਪ੍ਰੋਬਲਮ ਆਉਂਦੀ ਹੈ। ਪੇਸ਼ੈਂਟਸ ਕਈ ਵਾਰੀ ਡਿਪਰੈਸ਼ਨ 'ਚ ਵੀ ਚਲੇ ਜਾਂਦੇ, ਕਿਉਂਕਿ ਇਹਨਾਂ ਸਾਈਕੋਲੋਜੀਕਲ ਇਫੈਕਟ ਜਿਹੜਾ ਹੈਗਾ ਦਿਮਾਗ 'ਤੇ ਤੁਹਾਡਾ ਹੈਗਾ, ਮਾਨਸਿਕ ਜਿਹੜਾ ਪ੍ਰੈਸ਼ਰ ਬਹੁਤ ਬਣਿਆ ਰਹਿੰਦਾ। ਲੇਡੀ ਹਰ ਵੇਲੇ ਆਪਾਂ ਨੂੰ ਇਹ ਸੋਚਦੀ ਰਹਿੰਦੀ ਕਿ ਪਤਾ ਨਹੀਂ ਮੈਨੂੰ ਕੀ ਬਿਮਾਰੀ ਲੱਗੀ ਹੈ, ਅਤੇ ਉਹ ਫਿਰ ਸਾਡੇ ਮਾਨਸਿਕ ਉਹਦੇ ਵੱਲ ਨੂੰ ਵੀ ਚਲਾ ਜਾਂਦਾ ਹੈ। ਇਹ ਕੁਐਸਚਨ ਤਾਂ ਪੁੱਛਣਾ ਇੰਪੋਰਟੈਂਟ ਸੀ। ਮੈਂ ਬਹੁਤ ਸਾਰੇ ਦੇਖਿਆ ਵੀ ਡਿਪਰੈਸ਼ਨ ਅੱਜ ਕੱਲ੍ਹ ਜਿਹੜਾ ਕਾਰਨ ਹੈ ਔਰਤਾਂ ਦੇ ਵਿੱਚ, ਵੀ ਇਹ ਵੱਡਾ ਕਾਰਨ ਹੋ ਸਕਦਾ। ਬਹੁਤ ਵੱਡਾ ਕਾਰਨ ਹੈ ਡਿਪਰੈਸ਼ਨ। ਜੇ ਅਸੀਂ ਡਿਪਰੈਸ਼ਨ ਤੋਂ ਬਚਣਾ, ਜੇ ਅਸੀਂ ਇਹਨਾਂ ਬਿਮਾਰੀਆਂ ਤੋਂ ਬਚਣਾ, ਜੇ ਅਸੀਂ ਥੋੜ੍ਹਾ ਜਿਹਾ ਫਿਜ਼ੀਕਲ ਐਕਟੀਵਿਟੀ ਵੱਲ ਲੈ ਜੀ ਆਪਣੇ ਆਪ ਨੂੰ, ਆਈ ਥਿੰਕ ਅਸੀਂ ਡਿਪਰੈਸ਼ਨ ਵਰਗੀਆਂ ਬਿਮਾਰੀਆਂ, ਅਸੀਂ ਥਾਇਰਾਇਡ ਵਰਗੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ ਹੋ ਗਿਆ, ਚਾਹੇ ਉਹ PCOS ਹੋ ਗਿਆ, ਅਸੀਂ ਇਹਨਾਂ ਤੋਂ ਬਚ ਸਕਦੇ ਹਾਂ। ਇਹ ਸਾਰੀਆਂ ਆਪਸ 'ਚ ਇੰਟਰ ਰਿਲੇਟਡ ਹੈ। ਜੇ ਅਸੀਂ ਇੱਕ ਬਿਮਾਰੀ ਨੂੰ ਸੱਦਾ ਦਿੰਦੇ ਹਾਂ ਅਤੇ ਨਾਲ ਅਸੀਂ 10 ਹੋਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ। ਠੀਕ
ਠੀਕ ਹੈ, ਤੁਸੀਂ ਦੱਸਤਾ ਵੀ ਕੀ ਪ੍ਰੋਬਲਮ ਕਿਵੇਂ ਹੁੰਦੀ ਆ, ਕੀ ਬਿਮਾਰੀ ਹੈਗੀ ਆ। ਹੁਣ ਆਪਾਂ ਇਲਾਜ ਵੱਲ ਨੂੰ ਜਾਈਏ, ਹੱਲ ਵੱਲ ਨੂੰ ਜਾਈਏ, ਕਿਉਂਕਿ ਜਿਹੜੇ ਸਾਨੂੰ ਸੁਣ ਰਹੇ ਆ ਉਹ ਹੱਲ ਵੀ ਇਹਦਾ ਜ਼ਰੂਰ ਚਾਹੁੰਦੇ ਹੋਣਗੇ। ਕੀ ਬੇਸਿਕ ਹੱਲ ਕੀ ਹੈ, ਕਿੱਥੋਂ ਅਸੀਂ ਸ਼ੁਰੂਆਤ ਕਰਾਂ, ਕੀ ਕਰ ਸਕਦੇ? ਦੇਖੋ, ਬੇਸਿਕ ਹੱਲ ਇਸ ਬਿਮਾਰੀ ਦਾ ਕੋਈ ਬੇਸਿਕ ਹੱਲ ਨਹੀਂ ਹੈ। ਇਹਦੇ ਵਿੱਚ ਸਿਰਫ ਹਾਰਮੋਨਸ ਦਿੱਤੇ ਜਾਂਦੇ ਆ, ਪਰ ਅਸੀਂ ਹਾਰਮੋਨਸ ਵੀ ਕਿਸੇ ਲਿਮਿਟ ਤੱਕ ਦੇ ਸਕਦੇ ਹਾਂ। ਇਸ ਤੋਂ ਵੱਧ ਫਿਰ ਹਾਰਮੋਨਸ ਵੀ ਆਪਣੇ ਗਲਤ ਅਸਰ ਕਰਨਾ ਸ਼ੁਰੂ ਕਰ ਕੀ ਪ੍ਰੋਸੀਜਰ, ਕਿਵੇਂ ਹਾਰਮੋਨ? ਹਾਰਮੋਨ ਸਾਡੀ ਦਵਾਈਆਂ ਆਉਂਦੀਆਂ, ਦਵਾਈ ਮੈਡੀਸਿਨਸ ਆਉਂਦੀਆਂ, ਅਸੀਂ ਦੇ ਸਕਦੇ ਹਾਂ, ਬਟ ਸਾਡੀ ਪੇਸ਼ੈਂਟ ਨੂੰ ਇਹ ਸਲਾਹ ਹੁੰਦੀ ਹੈ ਕਿ ਆਪਣਾ ਲਾਈਫ ਸਟਾਈਲ ਚੇਂਜ ਕਰੋ, ਆਪਣਾ ਖਾਣਾ ਪੀਣਾ ਚੇਂਜ ਕਰੋ, ਤੇ ਬਹੁਤ ਸਾਰੇ ਕੇਸਾਂ 'ਚ ਠੀਕ ਹੋ ਜਾਂਦਾ ਹੈ। ਉਸ ਤੋਂ ਬਾਅਦ ਤਾਂ ਫਿਰ ਇਨਵੈਸਟੀਗੇਸ਼ਨ ਹੁੰਦੀਆਂ, ਟੈਸਟ ਹੁੰਦੇ ਆ, ਅਸੀਂ ਉਹਨਾਂ ਦੇ ਬੇਸਿਸ 'ਤੇ ਫਿਰ ਅੱਗੇ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਹੈ। ਅੱਜ ਦਾ ਜਿਹੜਾ ਸਮਾਂ ਹੈਗਾ, ਜਿਵੇਂ ਤੁਸੀਂ ਦੱਸਿਆ ਵੀ ਹੋ ਜਾਂਦਾ, ਚਲੋ ਜਿਹਨੂੰ ਇਹ ਪ੍ਰੋਬਲਮ ਹੋਗੀ, ਕੀ ਉਹ ਫਿਰ ਉਹ 'ਚ ਦਵਾਈਆਂ ਜਿਹੜੀਆਂ ਐਸੀਆਂ ਕੁਝ ਹੁੰਦੀਆਂ ਨੇ ਆਪਣੇ ਕੋਲ, ਇਲਾਜ ਹੁੰਦੀਆਂ ਨੇ, ਟੀਕੇ ਐਸੇ ਜਿਹਦੇ ਨਾਲ ਉਹ ਰਿਕਵਰੀ ਹੋ ਸਕਦੀ ਆ ਜਾਂ ਪ੍ਰੋਬਲਮ ਤੋਂ ਬਚ? ਹਾਂਜੀ, ਅੱਜ ਕੱਲ੍ਹ ਦੇਖੋ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਬਹੁਤ ਸਾਰੇ ਇਲਾਜ ਹੋ ਵੀ ਜਾਂਦਾ, ਪਰ ਅਸੀਂ 100% ਅਸੀਂ ਦਵਾਈਆਂ ਦੀ ਸ਼ੋਰਟੀ ਨਹੀਂ ਦੇ ਸਕਦੇ, ਕਿਉਂਕਿ ਬਹੁਤ ਸਾਰੇ ਕੇਸ ਇਹੋ ਜਿਹੇ ਹੁੰਦੇ ਆ ਕਿ ਜਿੱਥੇ ਇਹ ਦਵਾਈਆਂ ਦੇ ਦੇਣ ਦੇ ਬਾਵਜੂਦ ਵੀ ਉਹਨਾਂ ਦਾ ਇਲਾਜ ਨਹੀਂ ਕੀਤਾ ਜਾ ਸਕਦਾ। ਕਾਰਨ ਕੀ ਹੈ, ਕਿਉਂ ਇਦਾਂ ਹੁੰਦਾ ਹੈ? ਕਿਉਂਕਿ ਹਰ ਕਿਸੇ ਦੀ ਬਾਡੀ ਦਾ ਫਰਕ ਹਰ ਇੱਕ ਇਨਸਾਨ ਦੀ ਬਾਡੀ ਦਾ ਫਰਕ ਹੁੰਦਾ ਹੈ, ਹਰ ਇੱਕ ਫਰਕ ਹੁੰਦਾ। ਫਿਰ ਬੰਦਾ ਕੀ ਕਰੇ ਮੈਮ? ਹੁਣ ਦੇਖੋ ਹਰ ਇੱਕ ਨੂੰ ਬੱਚੇ ਦੀ ਚਾਹ ਹੈਗੀ ਆ ਵੀ ਬੱਚਾ ਹੋਵੇ, ਜਾਂ ਪ੍ਰੋਬਲਮ ਆ ਗਈ ਆ, ਫਿਰ ਬੰਦੇ ਨੂੰ ਹੁਣ ਕੀ ਕਰਨਾ ਚਾਹੀਦਾ? ਦੇਖੋ, ਅਸੀਂ ਤਾਂ ਇਹੀ ਚਾਹੁੰਦੇ ਹੁੰਦੇ ਹਾਂ ਕਿ ਨਾਰਮਲ ਜਿਹੜਾ ਪ੍ਰੋਸੀਜਰ ਕੁਦਰਤ ਨੇ ਬਖਸ਼ਿਆ ਹੋਇਆ ਸਾਡਾ, ਉਹ ਉਸੇ ਹਿਸਾਬ ਨਾਲ ਬੱਚਾ ਹੋਵੇ। ਪਰ ਫਿਰ ਅਸੀਂ ਦੂਜੇ ਮਹਿੰਗੇ ਜਿਹੜੇ ਅੱਜ ਕੱਲ੍ਹ ਇਲਾਜ ਆ ਗਏ ਆ, IVF ਹੋ ਗਿਆ, ਟੈਸਟ ਟਿਊਬ ਬੇਬੀ ਹੋ ਗਏ, ਸਾਨੂੰ ਇਹਨਾਂ ਵੱਲ ਨੂੰ ਜਾਣਾ ਪੈਂਦਾ ਹੈ। ਸਾਨੂੰ ਆਪਣਾ ਘਰ ਦਾ ਬਣਿਆ ਜਿਹੜਾ ਖਾਣਾ ਉਹ ਖਾਣਾ ਚਾਹੀਦਾ। ਜੋ ਸੀਜ਼ਨਲ ਸਬਜ਼ੀਆਂ ਆਉਂਦੀਆਂ, ਸੀਜ਼ਨਲ ਫਰੂਟਸ ਆਉਂਦੇ ਆ, ਸਾਨੂੰ ਉਹਨਾਂ ਵੱਲ ਫੋਕਸ ਕਰਨਾ ਚਾਹੀਦਾ। ਜ਼ਿਆਦਾ ਮਿੱਠਾ, ਸ਼ੱਕਰ ਇਹਨਾਂ ਵੱਲ ਨਹੀਂ ਜਾਣਾ ਚਾਹੀਦਾ, ਨਹੀਂ ਖਾਣਾ ਚਾਹੀਦਾ। ਅਤੇ ਬਾਕੀ ਆਪਣੇ ਇੱਕ ਜਿਹੜਾ ਹੈਗਾ ਤੁਹਾਡੇ ਐਕਸਰਸਾਈਜ਼, ਇਹ ਤੁਹਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੋਣਾ ਚਾਹੀਦਾ। ਠੀਕ ਹੈ, ਬਿਲਕੁਲ। ਤੁਸੀਂ ਬੜੀ ਵਧੀਆ ਇੱਕ ਵੱਡੀ ਬਿਮਾਰੀ ਆ ਜਿਹਦੇ ਚਰਚਾ ਕੀਤੀ ਆ। ਹੋਰ ਜਿਹੜੀਆਂ ਬਿਮਾਰੀਆਂ ਉਹਨਾਂ 'ਤੇ ਵੀ ਆਪਾਂ ਥੋੜ੍ਹਾ ਜਿਹਾ ਨਾਲ ਦੀ ਨਾਲ ਡਿਸਕਸ ਕਰ ਲੈਂਦੇ ਹਾਂ। ਕਈ ਵਾਰ ਰੈਸ਼ਿਜ਼ ਪੈਂਦੇ ਨੇ ਔਰਤਾਂ ਦੇ, ਜਾਂ ਬੱਚਾ ਹੋਣ ਤੋਂ ਪਹਿਲਾਂ ਜਾਂ ਬਾਅਦ 'ਚੋਂ, ਉਹਦਾ ਕੀ ਕਾਰਨ ਹੁੰਦਾ? ਕਿਉਂ ਜਿਹੜੇ ਪੈਰਾਂ 'ਤੇ ਅਸੀਂ ਦੇਖਿਆ ਕਈ ਵਾਰ ਦਾਗ ਪੈ ਜਾਂਦੇ ਆ, ਜਾਂ ਸਕਿਨ ਦੇ ਵਿੱਚ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ? ਉਹ ਕਈ ਵਾਰੀ ਇਹ ਪ੍ਰੈਗਨੈਂਸੀ ਰਿਲੇਟਡ ਹੁੰਦੀਆਂ, ਜਾਂ ਹਾਰਮੋਨਲ ਚੇਂਜਸ ਹੁੰਦੀਆਂ, ਅਤੇ ਇਹਨਾਂ ਨੂੰ ਅਸੀਂ ਕਰਨਾ ਕੁਛ ਨਹੀਂ ਹੁੰਦਾ। ਇਹ ਡਿਲੀਵਰੀ ਤੋਂ ਬਾਅਦ ਆਪਣੇ ਆਪ ਠੀਕ ਹੋ ਜਾਂਦੀਆਂ। ਹਾਂ, ਕਈ ਪੇਸ਼ੈਂਟਸ ਦੇ ਵਿੱਚ ਇੱਦਾਂ ਹੁੰਦਾ ਹੈ ਕਿ ਖੂਨ ਦੀ ਘਾਟ ਹੁੰਦੀ ਹੈ, ਸੋ ਅਸੀਂ ਉਹ ਫਿਰ ਜੇ ਸਾਨੂੰ ਲੱਗਦਾ ਕਿ ਖੂਨ ਦੀ ਘਾਟ ਕਰਕੇ ਆਇਆ, ਜਦੋਂ ਅਸੀਂ ਰੂਟੀਨ 'ਚ ਉਹਨਾਂ ਦੇ ਟੈਸਟ ਕਰਵਾਉਂਦੇ ਹਾਂ, ਤਾਂ ਅਸੀਂ ਉਹਨਾਂ ਨੂੰ ਆਇਰਨ ਵਗੈਰਾ ਦੇ ਕੇ ਅਸੀਂ ਠੀਕ ਕਰਦੇ ਹਾਂ। ਉਹ ਇਲਾਜ ਯੋਗ ਹੈ। ਹੋਰ ਕਿਹੜੀ ਜਿਹੜੀ ਖਤਰਨਾਕ ਬਿਮਾਰੀ, ਜਿਵੇਂ ਅੱਜ ਕੱਲ੍ਹ ਕੈਂਸਰ ਔਰਤਾਂ ਦੇ ਵਿੱਚ ਬੜਾ ਆ ਰਿਹਾ, ਉਹਦਾ ਕਾਰਨ ਕੀ ਹੈ? ਕਿ ਜਿਹੜੇ ਜਾ ਕੇ ਬ੍ਰੈਸਟ ਕੈਂਸਰ ਦੀ ਆਪਾਂ ਜੇ ਗੱਲ ਕਰ ਲਈਏ, ਜਾਂ ਹੋਰ ਜਿਹੜੇ ਪ੍ਰੋਬਲਮਸ ਆਉਂਦੀਆਂ ਨੇ? ਦੇਖੋ ਜੀ, ਬ੍ਰੈਸਟ ਕੈਂਸਰ, ਕੋਈ ਵੀ ਕੈਂਸਰ ਲੈ ਲਓ, ਉਹ ਅੱਜ ਕੱਲ੍ਹ ਸਾਡੀ ਓਬੈਸਿਟੀ, ਸਾਡਾ ਖਾਣ ਪੀਣ ਦੇ ਨਾਲ ਹੀ ਸੰਬੰਧਿਤ ਹੈ। ਸਭ ਤੋਂ ਵੱਡਾ ਕਾਰਨ ਹੈ ਸਾਡਾ ਖਾਣਾ ਪੀਣਾ, ਅਤੇ ਦੂਜਾ ਅੱਜ ਕੱਲ੍ਹ ਅਸੀਂ ਜਿਹੜੀਆਂ ਕੈਮੀਕਲਸ ਵਾਲੀਆਂ ਚੀਜ਼ਾਂ ਖਾਂਦੇ ਹਾਂ। ਤੀਜਾ ਉਹ ਆ ਗਿਆ ਫਿਰ ਉਹੀ ਸੈਡੈਂਟਰੀ ਲਾਈਫ ਸਟਾਈਲ। ਅਤੇ ਔਰਤਾਂ ਦੇ ਵਿੱਚ ਜ਼ਿਆਦਾ ਜਿਹੜਾ ਕਾਮਨ ਦੇਖਣ 'ਚ ਆਇਆ, ਉਹ ਬ੍ਰੈਸਟ ਕੈਂਸਰ ਹੈ ਜਾਂ ਸਰਵਾਈਕਲ ਕੈਂਸਰ ਹੈ। ਸੋ ਬ੍ਰੈਸਟ ਕੈਂਸਰ ਠੀਕ, ਅੱਜ ਕੱਲ੍ਹ ਇਲਾਜ ਹੈ ਹਰ ਚੀਜ਼ ਦਾ, ਜੇ ਅਸੀਂ ਅਰਲੀ ਅਸੈਸਮੈਂਟ ਕਰ ਲਈ, ਅਰਲੀ ਉਹਦਾ ਚੈੱਕ ਕਰ ਲਈਏ, ਉਹਦਾ ਬੜਾ ਵਧੀਆ ਇਲਾਜ ਹੈ। ਇੱਦਾਂ ਹੀ ਸਰਵਾਈਕਲ ਕੈਂਸਰ ਹੈ। ਸਰਵਾਈਕਲ ਕੈਂਸਰ ਦੇ ਵੀ ਸਿੰਪਟਮਸ ਅਲੱਗ-ਅਲੱਗ ਹੁੰਦੇ ਹੈ। ਖੂਨ ਪੈਂਦਾ। ਸਰਵਾਈਕਲ ਕੈਂਸਰ ਇਸ ਸਮੇਂ ਸਾਡੇ ਲਈ ਵੀ ਕੁਝ ਨਵੀਂ ਚੀਜ਼ ਆ, ਅੱਗੇ ਇੰਨਾ ਨਹੀਂ ਸਾਨੂੰ ਇਹਦਾ ਪਤਾ ਸੀ, ਪਰ ਉਹ ਕੀ ਚੀਜ਼ ਹੈ? ਸਰਵਾਈਕਲ ਕੈਂਸਰ ਜਿਹੜਾ ਹੁੰਦਾ, ਜਿਵੇਂ ਅਸੀਂ ਜਿਸ ਨੂੰ ਕਹਿੰਦੇ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੁੰਦਾ, ਸੋ ਉਹ ਬੜਾ ਕਾਮਨ ਹੈਗਾ। ਅਤੇ ਬਟ ਇਹ ਹੈ ਕਿ ਅੱਜ ਕੱਲ੍ਹ ਪੇਸ਼ੈਂਟ ਥੋੜ੍ਹਾ ਉਸਨੂੰ ਡਿਟੈਕਸ਼ਨ ਜਿਹੜੀ ਹੁੰਦੀ ਹੈ ਉਹ ਲੇਟ ਹੁੰਦੀ ਹੈ। ਪੇਸ਼ੈਂਟ ਆਮ ਤੌਰ 'ਤੇ ਇਗਨੋਰ ਕਰਦੇ ਆਉਂਦੇ ਵੀ ਚਲੋ ਕੋਈ ਗੱਲ ਨਹੀਂ, ਵੈਸੇ ਸਪੋਟਿੰਗ ਹੋ ਰਹੀ ਹੈ। ਇਹਦੇ ਲੱਛਣ ਹੁੰਦੇ, ਕਈ ਵਾਰੀ ਸਪੋਟਿੰਗ ਹੁੰਦੀ ਹੈ, ਜਾਂ ਤੁਹਾਨੂੰ ਡਿਸਚਾਰਜ ਰਹਿੰਦਾ ਹੈ, ਠੀਕ ਹੈ। ਅਤੇ ਉਹ ਅਸੀਂ ਆਮ ਸਿੰਪਲ ਜਿਹੀਆਂ ਗੱਲਾਂ ਨਾਲ ਵੀ ਕੋਈ ਗੱਲ ਨਹੀਂ, ਵੈਸੇ ਸਿੰਪਲ ਇਨਫੈਕਸ਼ਨ ਹੋਈ ਹੋਣੀ ਹੈ, ਅਤੇ ਉਹਦੇ ਕਰਕੇ ਕਈ ਵਾਰੀ ਸਭ ਤੋਂ ਡਿਲੇ ਜ਼ਰੂਰ ਹੋ ਜਾਂਦਾ। ਲੇਡੀਜ਼ ਡਿਲੇ ਕਰ ਦਿੰਦੀਆਂ, ਉਸਨੂੰ ਇਗਨੋਰ ਕਰਦੀਆਂ ਆਉਂਦੀਆਂ। ਬਟ ਜੇ ਇਸ ਨੂੰ ਵੀ ਟਾਈਮਲੀ ਡਿਟੈਕਸ਼ਨ ਹੋਵੇ, ਜਿਵੇਂ ਇਹਦੇ ਲਈ ਇੱਕ ਪੈਪ ਸਮੀਅਰ ਆਉਂਦਾ, ਉਹ ਅਸੀਂ ਹਰ ਲੇਡੀ ਨੂੰ ਰਿਕਮੈਂਡ ਕਰਦੇ ਹਾਂ ਕਿ 3 ਸਾਲ 'ਚ ਇੱਕ ਵਾਰੀ ਜ਼ਰੂਰ ਕਰਾਉਣਾ ਚਾਹੀਦਾ। ਉਹਦੇ 'ਚ ਜੇ ਹੈ ਕਿ ਬਾਈ ਚਾਂਸ ਉਹ ਟੈਸਟ ਦੇ ਵਿੱਚ ਆ ਜਾਵੇ ਕਿ ਹਾਂਜੀ, ਤਾਂ ਅਸੀਂ ਜਲਦੀ ਉਸ ਦਾ ਇਲਾਜ ਕਰ ਸਕਦੇ ਹਾਂ, ਅਸੀਂ ਉਸ ਨੂੰ ਫਰਦਰ ਕੰਪਲੀਕੇਸ਼ਨਸ ਤੋਂ ਬਚਾ ਸਕਦੇ ਹਾਂ। ਸਾਡਾ ਵੱਡਾ ਕਾਰਨ ਹੈਗਾ ਕਿ ਅਸੀਂ ਰੂਟੀਨ ਚੈੱਕਅਪ ਨਹੀਂ ਕਰਾਉਂਦੇ, ਜਾਂ ਇਹ ਲੈ ਲਈਏ ਵੀ ਇਹਨੂੰ ਵੱਲ ਧਿਆਨ ਨਹੀਂ ਦਿੰਦੇ। ਹਾਂਜੀ, ਅੱਜ ਕੱਲ੍ਹ ਵੈਸੇ ਗੌਰਮੈਂਟ ਚਲਾ ਰਹੀ ਹੈ, ਇੱਕ ਮੁਹਿੰਮ ਚਲਾ ਰਹੀ ਹੈ ਕਿ ਜਿਹੜੀਆਂ ਕੁੜੀਆਂ ਹੈਗੀਆਂ, ਅਨਮੈਰਿਡ ਕੁੜੀਆਂ ਹੈਗੀਆਂ, ਉਹਨਾਂ ਦੇ ਵਿੱਚ ਜਿਹੜੀ ਸਰਵਾਈਕਲ ਕੈਂਸਰ ਦੀ ਵੈਕਸੀਨੇਸ਼ਨ ਸਟਾਰਟ ਕਰਨ ਜਾ ਰਹੀ ਬਹੁਤ ਜਲਦੀ, ਜਿਹਦਾ ਆਈ ਥਿੰਕ ਲਾਂਚ ਜਲਦੀ ਹੀ ਹੋ ਜਾਏਗਾ, ਜੋ ਐਜ਼ ਪਰ ਮਾਈ ਇਨਫੋਰਮੇਸ਼ਨ।
ਅੱਛਾ, ਪਹਿਲਾਂ ਹੀ ਮਤਲਬ ਪਹਿਲਾਂ ਹੀ ਪ੍ਰਿਪੇਅਰ ਹੋ ਚੁੱਕੇ ਆ ਵੀ ਇਹ ਚੀਜ਼ਾਂ ਤੋਂ ਪਹਿਲਾਂ ਹੀ ਬਚਾਇਆ ਜਾਵੇ। ਪਹਿਲਾਂ ਕਿਉਂਕਿ ਫੋਰਨ ਦੇ ਵਿੱਚ ਅਸੀਂ ਵੈਸਟ ਕੰਟਰੀ 'ਚ ਦੇਖਦੇ ਹਾਂ, ਉੱਥੇ ਸਾਰੀਆਂ ਕੁੜੀਆਂ ਨੂੰ ਇਸ ਦੀ ਵੈਕਸੀਨੇਸ਼ਨ ਦਿੱਤੀ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਵਾਇਰਸ ਹੈ ਜਿਹਦੇ ਕਰਕੇ ਇਹ ਸਰਵਾਈਕਲ ਕੈਂਸਰ ਹੁੰਦਾ ਉਸ ਨੂੰ ਰੋਕਿਆ ਜਾ ਸਕੇ। ਪ੍ਰੋਬਲਮਸ ਤਾਂ ਤੁਸੀਂ ਬਹੁਤ ਸਾਰੀਆਂ ਦੱਸੀਆਂ ਵੀ ਫੈਟ ਕਰਕੇ ਵੀ ਹੋ ਜਾਂਦੀਆਂ। ਮੰਨ ਲੈਂਦੇ ਆ ਕਿਸੇ ਲੇਡੀ ਦਾ ਹੁਣ ਮੈਰਿਜ ਹੋ ਚੁੱਕੀ ਆ ਤੇ ਉਹ ਹਜੇ ਵੀ ਫੈਟੀ ਆ ਤੇ ਉਹਨੂੰ ਇਹੀ ਪ੍ਰੋਬਲਮ ਆ ਰਹੀ ਆ, ਬੱਚਾ ਕਨਸੀਵ ਕਰਨ ਦੀ ਪ੍ਰੋਬਲਮ ਆ ਰਹੀ ਆ, ਜੇ ਉਹ ਆਪਣਾ weight ਲੂਜ਼ ਕਰ ਲੈਂਦੇ ਆ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਦੁਬਾਰਾ ਮੇਨਟੇਨ ਕਰਦੀ ਆ, ਕੀ ਚਾਂਸਸ ਹੁੰਦੇ ਨੇ ਕਿ ਦੁਬਾਰਾ ਇਹ ਬਿਲਕੁਲ ਜੀ, ਮੈਂ ਤਾਂ ਕਹੂੰਗੀ 100% ਹੁੰਦੇ ਆ। weight lose ਬਿਲਕੁਲ ਬਿਲਕੁਲ 100% ਹੁੰਦੇ ਆ। weight ਦਾ ਜਿਹੜਾ ਆ ਉਹ ਮਤਲਬ ਕੀ ਹਿਸਾਬ ਨਾਲ ਵੀ ਪ੍ਰੋਪਰ ਸਲਿਮ ਬੰਦਾ ਹੋਣਾ ਚਾਹੀਦਾ, ਜਾਂ ਇਹ ਹੁੰਦਾ ਕਿ ਕੱਦ ਦੇ ਵਾਈਜ਼ ਇਦਾਂ ਕੁਝ ਤੁਸੀਂ ਮਾਪਦੇ ਹੋ? ਡਾਕਟਰ ਕਿਸ ਭਾਸ਼ਾ ਚੋਂ? ਦੇਖੋ ਹਾਈਟ ਵਾਈਜ਼ ਵੀ ਹੁੰਦਾ ਹੈ, ਬਾਕੀ ਏਜ ਵਾਈਜ਼ ਹੁੰਦਾ ਹੈ, ਠੀਕ ਹੈ। ਤੇ ਬਾਕੀ ਬਹੁਤ ਜ਼ਿਆਦਾ ਪਤਲਾ ਹੋਣਾ ਵੀ ਨਹੀਂ ਅੱਛਾ ਹੁੰਦਾ, ਬਟ ਇਹ ਵੀ ਕਿ ਜਿੰਨੀ ਕੁ ਰੇਸ਼ੋ ਸਾਨੂੰ ਆਪਣੀ ਬੋਡੀ 'ਚ ਫੈਟ ਦੀ ਚਾਹੀਦੀ ਹੈ ਉਨੀ ਕੁ ਮਸਟ ਹੋਣੀ ਚਾਹੀਦੀ ਹੈ। ਉਸ ਤੋਂ ਬਿਨਾਂ ਵੀ ਸਾਡਾ ਜਿਹੜਾ ਇੰਬੈਲੈਂਸ ਹੋ ਜਾਂਦਾ, ਹਾਰਮੋਨਲ ਇੰਬੈਲੈਂਸ ਹੋ ਜਾਂਦਾ। ਫੈਟ ਵੀ ਕੁਛ ਹੱਦ ਤੱਕ ਸਾਡੀ ਹੁੰਦੀ ਹੈ, ਲੇਡੀਜ਼ ਨੂੰ ਜ਼ਰੂਰੀ ਹੁੰਦੀ ਹੈ, ਜੋ ਨਹੀਂ ਹੋਏਗੀ ਤਾਂ ਉਹਦੀਆਂ ਆਪਣੇ ਆਪਣੇ ਨੁਕਸਾਨ ਹੈ। ਬਿਲਕੁਲ ਇਹ ਨੁਕਸਾਨ ਦੇ ਦੱਸ ਰਿਹਾ। ਇੱਕ ਹੋਰ ਜਿਹੜੀ ਆਮ ਕਰਕੇ ਜਦ ਅਸੀਂ ਗੱਲਬਾਤ ਕਰਦੇ ਹਾਂ ਲੇਡੀਜ਼ ਨਾਲ, ਕਿ ਸਕਿਪਿੰਗ ਕਰਨ ਨੂੰ ਹੁੰਦੇ ਜਾਂ ਰੱਸੀ ਟੱਪਣ ਨੂੰ ਵੀ ਕਹਿ ਕੇ ਅੱਜ ਕੱਲ੍ਹ ਕਿਹਾ ਜਾਂਦਾ ਕਿ ਨਹੀਂ ਇਹਨੂੰ ਇਗਨੋਰ ਕਰੋ, ਇਹਦੇ ਨਾਲ ਵੀ ਦਿੱਕਤ ਆ ਸਕਦੀ ਆ, ਪ੍ਰੈਗਨੈਂਸੀ ਦੇ ਵਿੱਚ ਟਿਸ਼ੂਜ਼ ਟੁੱਟਦੇ ਆ ਜਾਂ ਇੱਦਾਂ ਕੁਛ ਹੁੰਦਾ, ਜਾਂ ਭਰਮ ਆ ਸਿਰਫ ਇਹ ਇਲੂਜ਼ਨ ਫੈਲਿਆ ਹੋਇਆ ਲੋਕਾਂ ਦੇ ਵਿੱਚ? ਹਾਂ, ਇਸ ਬਾਰੇ ਕਹਿਣਾ ਬੜਾ ਔਖਾ ਹੈ, ਮਤਲਬ ਮੇਰਾ ਆਪਣਾ ਵਿਊ ਦੇਣਾ ਬਹੁਤ ਔਖਾ ਹੈ। ਦੇਖੋ ਵੈਸੇ ਤਾਂ ਕੁਦਰਤ ਨੇ ਇਹੋ ਜਿਹਾ ਨਿਯਮ, ਬੜਾ ਅੱਛਾ ਇੱਕ ਨਿਯਮ ਬਣਾਇਆ ਹੈ। ਜੋ ਵੀ ਸਾਡੇ ਗਰਭਵਤੀ ਮਾਂ ਦੇ ਅੰਦਰ ਉਹ ਬੱਚਾ ਪਲ ਰਿਹਾ ਹੁੰਦਾ, ਉਸ ਨੂੰ ਇੰਨਾ ਪ੍ਰੋਟੈਕਟ ਕਰਕੇ ਬਚਾ ਕੇ ਰੱਖਿਆ ਹੁੰਦਾ ਕਿ ਮਾੜਾ ਮੋਟਾ ਇਹ ਟੱਪਣਾ ਕੁੱਦਣਾ ਕੁਛ ਨਹੀਂ ਕਹਿੰਦਾ। ਬਟ ਪਤਾ ਨਹੀਂ ਸਾਡੀ ਸੁਸਾਇਟੀ ਅੱਜ ਦੇ ਟਾਈਮ 'ਚ ਇੰਨੀ ਡਰ ਚੁੱਕੀ ਹੋਈ ਹੈ ਕਿ ਜਦੋਂ ਵੀ ਪ੍ਰੈਗਨੈਂਸੀ ਹੁੰਦੀ ਹੈ ਅਤੇ ਸਾਡੀਆਂ ਜਿਹੜੀਆਂ ਗਰਭਵਤੀ ਮਾਵਾਂ ਕੁੜੀਆਂ ਆ ਸਾਡੀਆਂ, ਉਹ ਬਸ ਮੰਜੇ 'ਤੇ ਪੈ ਜਾਂਦੀਆਂ ਕਿ ਸਾਨੂੰ ਹੁਣ ਬਿਮਾਰੀ ਲੱਗ ਗਈ ਹੈ। ਉਹ ਜਿਹੜੀ ਪ੍ਰੈਗਨੈਂਸੀ ਨੂੰ ਬਿਮਾਰੀ ਮੰਨਣ ਲੱਗ ਪਈਆਂ, ਜਿਹੜੀ ਕਿ ਨਹੀਂ ਮੰਨਣਾ। ਇਹ ਕੁਦਰਤ ਦਾ ਸੌਂਪਿਆ ਹੋਇਆ ਇੱਕ ਤੁਹਾਨੂੰ ਵਰਦਾਨ ਹੈ, ਇਹ ਹਰ ਇੱਕ ਨੂੰ ਨਹੀਂ ਹੁੰਦਾ, ਠੀਕ ਹੈ। ਸੋ ਇਸ ਨੂੰ ਇੰਜੋਏ ਕਰਨਾ ਚਾਹੀਦਾ, ਨੋਰਮਲ ਫਿਜ਼ੀਕਲ ਐਕਟੀਵਿਟੀ ਰੱਖਣੀ ਚਾਹੀਦੀ ਹੈ ਜਿੱਦਾਂ ਤੁਸੀਂ ਰੱਖਦੇ ਹੋ, ਜਿਵੇਂ ਤੁਸੀਂ ਰੂਟੀਨ ਦੇ ਕੰਮ ਕਰਦੇ ਹੋ। ਹਾਂ, ਥੋੜ੍ਹੀ ਰੈਸਟ ਜ਼ਰੂਰ ਬਣਦੀ ਹੈ, ਆਪਣੀ ਦੁਪਹਿਰ ਵੇਲੇ ਤੁਸੀਂ ਰੈਸਟ ਕਰ ਸਕਦੇ ਹੋ, ਬਹੁਤ ਭਾਰੀ ਕੰਮ ਨਾ ਕਰੋ। ਲੇਕਿਨ ਜਿਹੜੇ ਰੂਟੀਨ ਦਾ ਕੰਮ ਹੈਗਾ, ਨਹਾਉਣਾ ਧੋਣਾ, ਕੰਮ ਕਰਨਾ, ਸਫਾਈ ਪੋਚੇ, ਤੁਹਾਨੂੰ ਕੁਛ ਨਹੀਂ ਹੁੰਦਾ ਇਹਦੇ ਨਾਲ। ਮਤਲਬ ਜਿਹੜੀ ਰੂਟੀਨ ਦੀਆਂ ਚੀਜ਼ਾਂ ਨੇ ਉਹਨੂੰ ਕਰਦੇ ਰਹਿਣਾ ਚਾਹੀਦਾ ਹੈ। ਅਕਸਰ ਲੋਕ ਕੀ ਆ, ਜਿਵੇਂ ਮੰਨ ਲਓ ਆਪਾਂ ਘਰ ਦੇ ਵਿੱਚ ਝਾੜੂ ਪੋਚੀ ਦੀ ਉਹ ਗੱਲ ਕਰ ਲਈਏ, ਜਾਂ ਪ੍ਰੈਗਨੈਂਟ ਅੱਜ ਕੱਲ੍ਹ ਲੇਡੀਜ਼ ਹੁੰਦੀਆਂ ਉਹ ਬੈੱਡ 'ਤੇ ਪੈ ਜਾਂਦੀਆਂ, ਨਹੀਂ ਉਹ ਕਰਦੀਆਂ, ਪਰ ਉਹਦੇ ਨਾਲ ਉਹ ਐਕਸਰਸਾਈਜ਼ ਹੁੰਦੀ ਹੈ। ਬਲਕਿ ਜੇ ਲੇਡੀ ਪੂਰੇ 9 ਮਹੀਨੇ ਤੁਰਦੀ ਫਿਰਦੀ ਰਵੇ, ਆਪਣੇ ਆਪ ਨੂੰ ਐਕਟਿਵ ਰੱਖੇ, ਤਾਂ ਉਹਦੇ ਜਿਹੜਾ ਜਣੇਪਾ ਹੈਗਾ ਉਹ ਬੜਾ ਸੌਖੇ ਤਰੀਕੇ ਨਾਲ ਹੁੰਦਾ ਹੈ। ਇਹੀ ਰੀਜ਼ਨ ਆ ਸਾਡੀਆਂ ਜਿਹੜੀਆਂ ਕੁੜੀਆਂ ਦੇ ਅੱਜ ਕੱਲ੍ਹ ਸਜੇਰੀਅਨ ਜਿਹੜੇ ਹੈਗੇ ਵੱਡੇ ਆਪਰੇਸ਼ਨ ਦੇ ਰਾਹੀਂ, ਹਾਂਜੀ, ਇਸੇ ਕਰਕੇ ਵੱਡੇ ਆਪਰੇਸ਼ਨ ਹੋ ਰਹੇ ਆ, ਕਿਉਂਕਿ ਉਹ ਸਾਰੇ 9 ਮਹੀਨੇ ਮੰਜੇ 'ਤੇ ਪੈ ਕੇ ਕੱਟ ਦਿੰਦੀਆਂ। ਅਤੇ ਇਸੇ ਦੇ ਜੇ ਅਸੀਂ ਕੰਪੈਰੀਟਿਵ ਦੇਖੀਏ, ਅਸੀਂ ਜੇ ਆਪਣੀ ਮਾਈਗ੍ਰੇਟਰੀ ਪਾਪੂਲੇਸ਼ਨ ਲੈਂਦੇ ਆ, ਸਾਡੇ ਪਾਸੇ ਯੂਪੀ ਬਿਹਾਰ ਤੋਂ ਜਿਹੜੀਆਂ ਗਰਭਵਤੀ ਮਾਵਾਂ ਹੁੰਦੀਆਂ, ਉਹਨਾਂ ਦੇ ਨਾਰਮਲ ਡਿਲੀਵਰੀਜ਼ ਹੁੰਦੀਆਂ। ਕਿਉਂ ਹੁੰਦੀਆਂ? ਕਿਉਂਕਿ ਉਹ ਸਾਰੇ 9 ਮਹੀਨੇ ਕੰਮ ਕਰਦੀਆਂ। ਲੇਕਿਨ ਸਾਡੀਆਂ ਪੰਜਾਬੀ ਔਰਤਾਂ ਹੈਗੀਆਂ, ਜਾਂ ਮੈਂ ਕੋਈ ਉਹਨਾਂ ਨੂੰ ਉਹ ਨਹੀਂ ਕਰਾਂਗੀ, ਬਟ ਦੇਖਣ ਚਾਹੁੰਦਾ ਵੀ ਉਹਨਾਂ ਨੂੰ ਇੰਨਾ ਪੈਂਪਰ ਕੀਤਾ ਜਾਂਦਾ ਹੈ, ਆਪਣੇ ਆਪ ਨੂੰ ਇੰਨਾ ਇੱਕ ਉਹ ਬਣਾ ਲੈਂਦੀਆਂ ਕਿ ਬਿਮਾਰੀ ਸਮਝ ਕੇ ਉਹ ਮੰਜਾ ਮੰਨ ਲੈਂਦੀ ਹੈ ਕਿ ਨਹੀਂ, ਸਾਨੂੰ ਜੇ ਅਸੀਂ ਪਤਾ ਨਹੀਂ ਪੈਰ ਨੀਚੇ ਉਤਾਰਾਂਗੇ ਤਾਂ ਪਤਾ ਨਹੀਂ ਸਾਡਾ ਬੱਚਾ ਬਾਹਰ ਹੈ। ਇੱਦਾਂ ਨਹੀਂ ਹੁੰਦਾ। ਕੁਦਰਤ ਨੇ ਤੁਹਾਨੂੰ ਉਸ ਬੱਚੇ ਨੂੰ ਬੜਾ ਬਚਾ ਕੇ ਰੱਖਿਆ ਹੋਇਆ, ਉਹਦੇ ਆਪਣੇ ਇੱਕ ਨਿਯਮ ਹੈ। ਜੇ ਅਸੀਂ ਸੇਮ ਇਹ ਦੇਖੀਏ ਜਾਨਵਰਾਂ ਦੇ ਦੇਖੀਏ, ਜਾਨਵਰ ਸਾਨੂੰ ਆਪਣੀ ਕੋਈ ਵੀ ਤਕਲੀਫ ਨਹੀਂ ਦੱਸਦੇ। ਉਹਨਾਂ ਹਾਰਮੋਨਲ ਚੇਂਜਸ ਜਾਂ ਮੂਡ ਸਵਿੰਗਸ ਕਹਿ ਲਓ, ਉਹ ਤਾਂ ਇੱਕ ਮੱਝ ਦੇ ਵਿੱਚ, ਗਾਂ ਦੇ ਵਿੱਚ ਵੀ ਆਉਂਦੇ ਆ, ਉਹ ਵੀ ਤਾਂ ਬਰਦਾਸ਼ਤ ਕਰਦੀਆਂ। ਲੇਕਿਨ ਕਿਉਂਕਿ ਇਨਸਾਨ ਦੇ ਹੱਥ 'ਚ ਇੰਨਾ ਕੁਛ ਹੈਗਾ ਵੀ ਉਹ ਮਾੜੀ ਜਿਹੀ ਬਿਮਾਰੀ ਲਈ ਉਹ ਈਜ਼ੀਲੀ ਡਾਕਟਰ ਕੋਲ ਜਾ ਸਕਦਾ। ਸੋ ਇੱਕ ਅਸੀਂ ਦੁਰਵਰਤੋਂ ਕਰ ਰਹੇ ਹਾਂ ਇਹਨਾਂ ਚੀਜ਼ਾਂ ਦੀ। ਸੋ ਸਾਨੂੰ ਆਪਣਾ ਇੱਕ ਮਤਲਬ ਉਸ ਨੂੰ ਬਰਦਾਸ਼ਤ ਕਰਨ ਦੀ ਇੱਕ ਸਾਨੂੰ ਆਪਣੇ ਆਪ 'ਚ ਇੱਕ ਲਿਆਉਣੀ ਚਾਹੀਦੀ ਹੈ, ਹਿੰਮਤ ਲਿਆਉਣੀ ਚਾਹੀਦੀ ਹੈ ਕਿ ਨਹੀਂ, ਇਹ ਮੈਨੂੰ ਕੁਦਰਤ ਨੇ ਇੰਨਾ ਵਧੀਆ ਇੱਕ ਮੈਨੂੰ ਮਾਂ ਬਣਨ ਦਾ ਇੱਕ ਸੁਪਨਾ ਦਿੱਤਾ, ਇੱਕ ਮੌਕਾ ਦਿੱਤਾ, ਉਸ ਨੂੰ ਇੰਜੋਏ ਕਰੋ। ਇੰਜੋਏ ਕਰਕੇ ਉਸ ਨੂੰ ਸਿਰੇ ਗਏ, ਉਹਦੇ ਨਾਲ ਨਾ ਕਿ ਤੁਹਾਡਾ ਆਪਣਾ ਮਨ ਠੀਕ ਰਹੇਗਾ, ਜਿਹੜਾ ਬੱਚਾ ਅੰਦਰ ਪਲ ਰਿਹਾ ਉਹ ਵੀ ਬਹੁਤ ਤੰਦਰੁਸਤ ਹੋਏਗਾ, ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ, ਜਿਹੜਾ ਘਰ ਦਾ ਮਾਹੌਲ ਹੈ ਉਹ ਵੀ ਬਹੁਤ ਵਧੀਆ ਰਹਿੰਦਾ। ਬਿਲਕੁਲ ਗੱਲ ਸਹੀ ਹੈਗੀ ਮੈਮ। ਕੀ ਜਿਹੜੀ ਆਪਣੇ ਵੱਲੋਂ ਸੁਝਾਅ ਜਾਂ ਸਲਾਹ ਦੇਣਾ ਚਾਹੁੰਦੇ ਹੋ ਅੱਜ ਦੀ ਯੰਗ ਗਰਲਜ਼ ਨੂੰ, ਤਾਂ ਕਿ ਜਿਹੜੀਆਂ ਪ੍ਰੋਬਲਮਸ ਆਪਾਂ ਡਿਸਕਸ ਕੀਤੀਆਂ ਨੇ ਉਹਨਾਂ ਦੇ ਨੇੜੇ ਤੇੜੇ ਵੀ ਨਾ ਆਉਣ ਅਤੇ ਉਹ ਬਚ ਵੀ ਸਕਣ, ਅਤੇ ਕਿਵੇਂ ਇਹਦਾ ਜਿਹੜਾ ਧਿਆਨ ਰੱਖਣ ਉਹ ਸਾਰਾ? ਬਸ ਮੇਰੀ ਤਾਂ ਇਹੀ ਸਲਾਹ ਹੈ ਸਾਰੇ ਕੁੜੀਆਂ ਨੂੰ, ਚਾਹੇ ਉਹ ਅਨਮੈਰਿਡ ਹੈ ਚਾਹੇ ਉਹ ਮੈਰਿਡ ਹੈ, ਕਿ ਪਲੀਜ਼ ਫਾਸਟ ਫੂਡ ਤੋਂ ਪਾਸੇ ਰਹੋ, ਮਠਿਆਈਆਂ, ਤਲੀਆਂ ਹੋਈਆਂ ਚੀਜ਼ਾਂ, ਇਹਨਾਂ ਤੋਂ ਪਾਸੇ ਰਹੋ। ਹੈਲਦੀ ਲਾਈਫ ਸਟਾਈਲ ਜੀਓ। ਹੈਲਦੀ ਦਾ ਮਤਲਬ
ਕਿ ਥੋੜ੍ਹਾ ਬਹੁਤਾ ਆਪਣੀ ਸਿਹਤ ਵੱਲ ਦਾ ਧਿਆਨ ਮਤਲਬ ਐਕਸਰਸਾਈਜ਼ ਜ਼ਰੂਰ ਕਰੋ। ਮੇਰੀ ਹਰ ਜਗ੍ਹਾ ਇੱਕੋ ਹੀ ਸਟ੍ਰੈਸ ਹੁੰਦੀ ਹੈ, ਜਿਹੜੀ ਕਿ ਸਾਡੀ ਅੱਜ ਕੱਲ੍ਹ ਦੀਆਂ ਸਾਡੀ ਜਨਰੇਸ਼ਨ ਜਿਹੜੀ ਹੈਗੀ ਹੈ ਕੁੜੀਆਂ ਦੇ ਵਿੱਚ, ਉਹ ਮਿਸਿੰਗ ਹੈਗੀ ਹੈ। ਆਪਣੇ ਆਪ ਨੂੰ ਐਕਟਿਵ ਰੱਖੋ, ਘਰ ਦੇ ਕੰਮ ਕਰੋ ਸਾਰੇ। ਕੋਈ ਜ਼ਰੂਰੀ ਨਹੀਂ ਕਿ ਅਸੀਂ ਜਿਮ ਜਾਣਾ ਹੈ, ਤੁਹਾਨੂੰ ਕਿਤੇ ਵੀ ਗਰਾਊਂਡ ਮਿਲਦਾ, ਤੁਹਾਨੂੰ ਕਿਤੇ ਵੀ ਤੁਸੀਂ ਆਪਣੇ ਅੱਧਾ ਪੌਣਾ ਘੰਟਾ ਕਿਤੇ ਵੀ ਜਾ ਕੇ ਤੁਸੀਂ ਐਕਸਰਸਾਈਜ਼ ਕਰ ਸਕਦੇ, ਤੁਸੀਂ ਘਰ 'ਚ ਵੀ ਕਰ ਸਕਦੇ ਹੋ। ਸੋ ਆਪਣੇ ਨੂੰ ਐਕਟਿਵ ਰੱਖੋ, ਜਿਹੜਾ ਵੀ ਕੰਮ ਕਰ ਰਹੇ ਹੋ ਐਕਟਿਵਲੀ ਕਰੋ, ਸੁਸਤੀ ਨਾ ਲਿਆਓ ਸਰੀਰ ਦੇ ਵਿੱਚ। ਖਾਣ ਲਈ ਕੁਝ ਖਾਸ ਸਲਾਹ, ਜਿਹੜੀ ਚੀਜ਼ ਵੀ ਲੱਗਦਾ ਵੀ ਡਿਊ ਟੂ ਪ੍ਰੈਗਨੈਂਸੀ ਜਾਂ ਉਸ ਤੋਂ ਬਾਅਦ ਜਿਹੜੀ ਲੇਡੀਜ਼ ਨੂੰ ਜ਼ਿਆਦਾ ਸਹੀ ਰਹਿੰਦੀ? ਦੇਖੋ, ਹਾਈ ਪ੍ਰੋਟੀਨ ਡਾਈਟ ਚਾਹੀਦੀ ਹੁੰਦੀ ਹੈ, ਪ੍ਰੈਗਨੈਂਟ ਮਦਰਸ ਨੂੰ ਵੀ ਚਾਹੀਦੀ ਹੁੰਦੀਆਂ ਨੇ, ਲੇਕਿਨ ਨਾਲ ਦੀ ਨਾਲ ਹੀ ਉਹਨੂੰ ਬਾਕੀ ਕਾਰਬੋਹਾਈਡਰੇਟਸ ਵੀ ਚਾਹੀਦੇ ਹੁੰਦੇ ਆ, ਫੈਟ ਵੀ ਜ਼ਰੂਰੀ ਹੁੰਦੀ ਹੈ, ਹੈਲਦੀ ਫੈਟਸ ਜਿਹਨੂੰ ਕਹਿੰਦੇ ਆ, ਜਿਹੜੀ ਕਿ ਅਸੀਂ ਨਟਸ ਦੇ ਵਿੱਚੋਂ ਮਿਲਦੀ ਹੈ, ਜਿਵੇਂ ਸਾਨੂੰ ਅਲਸੀ ਹੋ ਗਿਆ, ਬਦਾਮ ਹੋ ਗਿਆ, ਅਖਰੋਟ ਹੋ ਗਿਆ। ਪ੍ਰੋਟੀਨ ਸਾਨੂੰ ਜਿਹੜੇ ਸਾਡੀਆਂ ਰੂਟੀਨ ਦੀਆਂ ਸਬਜ਼ੀਆਂ ਹੈਗੀਆਂ, ਜਿਵੇਂ ਸਾਡੇ ਚਨੇ ਹੋ ਗਏ, ਦਾਲਾਂ ਹੋ ਗਈਆਂ, ਪਨੀਰ ਹੋ ਗਿਆ, ਠੀਕ ਹੈ, ਇਹਨਾਂ 'ਚੋਂ ਮਿਲਦੀ ਹੈ। ਇੱਕ ਜ਼ਰੂਰੀ ਨਹੀਂ ਅਸੀਂ ਅੰਡੇ ਨਹੀਂ ਖਾ ਸਕਦੇ, ਤਾਂ ਕੋਈ ਗੱਲ ਨਹੀਂ, ਨਾ ਖਾਓ, ਬਟ ਸਾਡੇ ਜਿਹੜਾ ਇਹ ਦਾਲਾਂ ਦੇ ਵਿੱਚ ਸਾਨੂੰ ਅੱਛੇ ਪ੍ਰੋਟੀਨਸ ਮਿਲਦੀਆਂ। ਅਤੇ ਫੈਟ ਸਾਡੇ ਹੈਲਦੀ ਫੈਟਸ ਜਿਵੇਂ ਫਲੈਕਸ ਸੀਡਸ ਆਉਂਦੇ ਆ, ਉਹਨਾਂ 'ਚੋਂ ਲਓ, ਦੇਸੀ ਘਿਓ ਲਓ, ਬਟ ਇਹ ਨਹੀਂ ਹੈਗਾ ਕਿ ਅਸੀਂ ਉਹਨੂੰ ਉਹ ਕਰਨਾ ਬਹੁਤ ਜ਼ਿਆਦਾ, ਥੋੜ੍ਹਾ ਬਹੁਤਾ ਜਿਵੇਂ ਆਪਾਂ ਯੂਜ਼ ਕਰ ਸਕਦੇ ਹਾਂ ਉਸਨੂੰ ਡੇਲੀ ਯੂਜ਼ 'ਚ, ਪਰ ਬਹੁਤ ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਕੁਛ ਵੀ ਅਸੀਂ ਲੋੜ ਤੋਂ ਵੱਧ ਖਾਵਾਂਗੇ, ਉਹਨੇ ਸਾਨੂੰ ਨੁਕਸਾਨ ਕਰਨਾ ਹੀ ਕਰਨਾ ਹੈ। ਬਟ ਇਹ ਹੈ ਕਿ ਉਸ ਤੋਂ ਅਗਲਾ ਸਟੈਪ ਆ ਜਾਂਦਾ ਕਿ ਅਸੀਂ ਉਹਨੂੰ ਪਚਾਉਣਾ ਹੈ। ਉਹਨੂੰ ਇਹ ਨਹੀਂ ਕਿ ਖਾ ਕੇ ਅਸੀਂ ਬੈਠ ਜਾਣਾ, ਉਸਨੂੰ ਪਚਾਓ, ਅਤੇ ਕੋਸ਼ਿਸ਼ ਕਰੋ ਕਿ ਦਿਨ ਦੇ ਵਿੱਚ ਜੇ 10,000 ਸਟੈਪ ਨਹੀਂ ਹੁੰਦੇ ਤਾਂ 5-6 ਹਜ਼ਾਰ ਤਾਂ ਹੋਣ, ਤਾਂ ਕਿ ਉਹਨੇ ਕਿ ਸਾਡੀਆਂ ਕੈਲਰੀਜ਼ ਬਰਨ ਵੀ ਹੋਣ ਜਿਹੜੀਆਂ ਅਸੀਂ ਖਾ ਚੁੱਕੇ ਹਾਂ। ਬਹੁਤ ਇੰਪੋਰਟੈਂਟ ਜਿਹੜੀਆਂ ਅੱਜ ਚੀਜ਼ਾਂ ਸੀਗੀਆਂ ਡਿਸਕਸ ਕਰਨ ਲਈ। ਅਕਸਰ ਕਈ ਵਾਰ ਲੋਕ ਘਰੇ ਵੀ ਨਹੀਂ ਚਰਚਾ ਕਰ ਸਕਦੇ ਹੁੰਦੇ ਇਹ ਚੀਜ਼ਾਂ ਦੇ ਮੁੱਦਿਆਂ ਦੇ ਉੱਤੇ, ਪਰ ਤੁਸੀਂ ਜਿਹੜਾ ਅੱਜ ਆਡੀਅנס ਨੂੰ ਗਾਈਡ ਕੀਤਾ, ਦੱਸਿਆ, ਤੁਹਾਡਾ ਬਹੁਤ ਧੰਨਵਾਦ ਆ। ਤੁਸੀਂ ਜਿਹੜਾ ਬੜੇ ਚੰਗੇ ਤਰੀਕੇ ਨਾਲ ਕੀਤਾ। ਥੈਂਕ ਯੂ ਵੈਰੀ ਮੱਚ। ਸੋ ਬਿਲਕੁਲ ਡਾਕਟਰ ਨਿਰਮਲ ਕੌਰ ਸਾਡੇ ਨਾਲ ਸੀਗੇ, ਜਿਹੜੇ ਮਾਹਿਰ ਨੇ, ਤੇ ਦੱਸ ਰਹੇ ਸੀ ਕਿ ਕਿਸ ਤਰੀਕੇ ਨਾਲ ਔਰਤਾਂ 'ਚ ਕੀ ਬਿਮਾਰੀਆਂ ਹੁੰਦੀਆਂ, ਖਾਸ ਕਰਕੇ PCOS ਜਿਹੜੀ ਇੱਕ ਬਿਮਾਰੀ, ਉਸ ਬਾਰੇ ਚਰਚਾ ਕੀਤੀ ਆ, ਤੇ ਹੋਰ ਔਰਤਾਂ 'ਚ ਆਉਣ ਵਾਲੀਆਂ ਬਿਮਾਰੀਆਂ ਬਾਰੇ ਚਰਚਾ ਕੀਤੀ ਹੈ। ਖਾਣ ਪੀਣਾ ਜਿਹੜਾ ਸਾਡਾ ਸਹੀ ਰੱਖਣ ਦੀ ਲੋੜ ਹੈ, ਐਕਸਰਸਾਈਜ਼ ਕਰਨ ਦੀ ਲੋੜ ਆ, ਜਿਹੜੀਆਂ ਚੀਜ਼ਾਂ ਤੋਂ ਅਸੀਂ ਆਮ ਕਰਕੇ ਰੂਟੀਨ ਤੋਂ ਦੂਰ ਹੁੰਦੇ ਜਾ ਰਹੇ ਹਾਂ, ਕਿਉਂਕਿ ਅੱਗੇ ਘਰਾਂ ਦੇ ਵਿੱਚ ਜਿਹੜਾ ਕੰਮਕਾਰ ਕੀਤੇ ਜਾਂਦੇ ਸੀ, ਭੱਜ ਦੌੜ ਹੁੰਦੀ ਸੀ ਕੁੜੀਆਂ ਵੱਲੋਂ, ਪਰ ਉਹ ਬਿਲਕੁਲ ਹੀ ਖਤਮ ਹੋ ਗਈ। ਉਹਦੀ ਲੋੜ ਹੈ, ਤਾਂ ਹੀ ਜਿਹੜੀਆਂ ਇਹ ਬੱਚਾ ਨਾ ਪੈਦਾ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਸਾਡੇ ਅਸੀਂ ਫੇਸ ਕਰ ਰਹੇ ਹਾਂ, ਜਾਂ ਪ੍ਰੋਬਲਮ ਸਾਡੇ ਅੱਗੇ ਆ ਰਹੀਆਂ, ਉਹਨਾਂ ਤੋਂ ਅਸੀਂ ਬਚ ਸਕਦੇ ਹਾਂ। ਸੋ ਜਾਣਕਾਰੀ ਬੜੀ ਦਰੁਸਤ ਸੀ ਜਿਹੜੀ ਤੁਹਾਨੂੰ ਦਿੱਤੀ, ਕਿ ਉਮੀਦ ਕਰਦੇ ਤੁਹਾਨੂੰ ਪਸੰਦ ਵੀ ਆਈ ਹੋਵੇਗੀ। ਹੁਣ ਮੈਨੂੰ ਜਸਪ੍ਰੀਤ ਸਿੰਘ ਆਸ਼ਕ ਨੂੰ ਦੇ ਇਜਾਜ਼ਤ। ਦੇਖਦੇ ਰਹੋ TV ਪੰਜਾਬ। ਧੰਨਵਾਦ।